ਆਪ ਲਿਹੋ ਤੁਮ ਕਥਾ ਸੁਧਾਰੀ। ਧੰਨ ਵਾਹਿਗੁਰੂ ਜੀ ਦੋਹਰਾ। ਸੁਨੋ ਸਾਖੀ ਔਰ ਸਿੰਘ ਕੀ, ਜਿਨ ਤੁਰਕਨ ਸਿਰ ਸਿਰ ਲਾਏ। ਸਿਦਕ ਰਖਿਓ ਗੁਰ ਬਚਨ ਪਰ, ਭਇਓ ਕੇਸਨ ਸਾਸਨ ਨਿਬਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਰਹੇ ਹੋ ਅਤੇ ਗੁਰੂ ਕੀ ਪਵਿੱਤਰ ਪਾਵਨ ਬਾਣੀ ਦਾ ਕੀਰਤਨ ਤੇ ਢਾਡੀ ਸਿੰਘਾਂ ਤੋਂ ਗੁਰੂ ਕਾ ਇਤਿਹਾਸ ਸਰਵਣ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਜੇ ਨਵਾਜੇ ਹੋਏ ਖਾਲਸੇ ਪੰਥ ਦੀ ਕਥਾ ਜੋ ਬਹੁਤ ਵਿਸਥਾਰ ਵਾਲੀ ਹੈ, ਉਹਦੇ ਵਿੱਚੋਂ 94 ਪ੍ਰਸੰਗ ਕੁਝ ਦਿਨਾਂ ਵਾਸਤੇ ਆਰੰਭ ਕੀਤੇ ਹਨ ਤਾਂ ਕਿ ਸਾਨੂੰ ਇਹ ਪਤਾ ਲੱਗ ਜਾਵੇ ਕਿ ਸਾਡੇ ਜੋ ਬਜ਼ੁਰਗਾਂ ਨੇ 18ਵੀਂ ਸਦੀ ਦੇ ਵਿੱਚ ਇਤਿਹਾਸ ਸਿਰਜਿਆ ਸੀ, ਕੁਰਬਾਨੀਆਂ ਕੀਤੀਆਂ ਸਨ, ਉਹ ਕੀ ਸਨ। ਪਿਛਲੇ ਪ੍ਰਕਰਣਾਂ ਵਿੱਚ ਆਪਾਂ ਇਹ ਸੁਣਿਆ ਹੈ ਕਿ ਬਾਬੇ ਬੰਦੇ ਬਹਾਦਰ ਤੋਂ ਬਾਅਦ ਤੁਰਕਾਂ ਨੇ ਸਿੰਘਾਂ ਨੂੰ ਵੀ ਖਤਮ ਕਰਨ ਦਾ ਤਰੀਕਾ ਬਣਾਇਆ ਕਿ ਇੱਕ ਵਾਰੀ ਤਾਂ ਸਿੰਘਾਂ ਨੂੰ ਵੱਖਰੇ ਵੱਖਰੇ ਥਾਵਾਂ ਤੇ ਰਸਤਾਂ ਬਸਤਾਂ ਦੇ ਕੇ ਖਿੰਡਾਉਣ ਦਾ ਯਤਨ ਕੀਤਾ, ਜਗੀਰਾਂ ਦੇ ਕੇ, ਲਾਲਚ ਦੇ ਕੇ ਭਰਮਾਉਣ ਦਾ ਯਤਨ ਕੀਤਾ। ਦੂਜੇ ਪਾਸੇ ਗਰੀਬ ਸਿੱਖਾਂ ਦੇ ਖੇਤਾਂ ਨੂੰ ਉਜਾੜਨਾ, ਉਹਨਾਂ ਨੂੰ ਪਰੇਸ਼ਾਨ ਕਰਨਾ, ਤੰਗ ਕਰਨਾ ਵੀ ਜਾਰੀ ਰੱਖਿਆ, ਜਿਹਦੇ ਕਰਕੇ ਬਾਬਾ ਤਾਰਾ ਸਿੰਘ ਜੀ, ਨਿਹੰਗ ਸਿੰਘ ਜੈਸੇ ਸੂਰਬੀਰ ਯੋਧੇ ਹਕੂਮਤ ਦੇ ਖਿਲਾਫ ਜੂਝ ਗਏ। ਪਿੰਡ ਡਲਵਾਂ ਦੀ ਧਰਤੀ ਤੇ ਬਾਬਾ ਤਾਰਾ ਸਿੰਘ ਸਾਹਿਬ ਜੀ ਨੇ ਬੜੀ ਬਹਾਦਰੀ ਸੂਰਮਗਤੀ ਦੇ ਨਾਲ 2200 ਤੁਰਕਾਂ ਦੀ ਫੌਜ ਦਾ ਮੁਕਾਬਲਾ 22 ਸਿੰਘਾਂ ਸਮੇਤ ਕਰਕੇ ਸ਼ਹੀਦੀ ਪਾਈ। ਬਾਬਾ ਜੀ ਦੀ ਸ਼ਹੀਦੀ ਨਾਲ ਮਾਝੇ, ਮਾਲਵੇ, ਦੁਆਬੇ, ਪੰਜਾਬ ਦੂਰ ਦੂਰ ਤਾਈਂ ਖਬਰ ਪਹੁੰਚ ਗਈ ਕਿ ਹੁਣ ਸਰਕਾਰ ਤਤ ਖਾਲਸੇ ਨਾਲ ਵੀ ਵਿਰੋਧ ਕਰਨ ਲੱਗੀ ਹੈ ਤੇ ਤਤ ਖਾਲਸੇ ਨੂੰ ਵੀ ਜੂਝਣਾ ਹੀ ਪੈਣਾ ਹੈ। ਜਿਹੜੇ ਗਰਮ ਖਿਆਲੀ ਨੌਜਵਾਨ ਸਨ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋਏ ਸਨ, ਉਹਨਾਂ ਨੇ ਇਸ ਕੰਮ ਨੂੰ ਜੋ ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਫੌਜ ਬਣਾਈ ਸੀ ਉਹਦੇ ਮੁਤਾਬਕ ਫਿਰ ਜੂਝਣਾ ਸ਼ੁਰੂ ਕਰ ਦਿੱਤਾ। ਭਾਵੇਂ ਅਜੇ ਕੋਈ ਜਥੇਬੰਦਕ ਤੌਰ ਤੇ ਹਮਲਾ ਤੁਰਕਾਂ ਤੇ ਨਹੀਂ ਕੀਤਾ, ਪਰ ਛੋਟੇ ਛੋਟੇ 5-5, 10-10 ਸਿੰਘਾਂ ਦੇ ਜਥੇ ਨਿੱਤਰ ਪਏ ਤੇ ਉਹਨਾਂ ਵਿੱਚੋਂ ਦੂਸਰੀ ਘਟਨਾ ਜਿਹੜੀ ਵਾਪਰੀ ਹੈ ਉਹ ਚਮੰਡੇ ਦੇ ਇਲਾਕੇ ਵਿੱਚ ਕਥੂ ਨੰਗਲ ਦਾ ਜਿਹੜਾ ਇਲਾਕਾ ਬਾਬਾ ਬੁੱਢਾ ਸਾਹਿਬ ਜੀ ਦਾ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਜਦੋਂ ਆਪਾਂ ਬਟਾਲੇ ਦੇ ਰੋਡ ਤੇ ਜਾਈਏ ਤਾਂ ਰਸਤੇ 'ਚ ਕਥੂ ਨੰਗਲ ਪਿੰਡ ਬਾਬਾ ਬੁੱਢਾ ਸਾਹਿਬ ਜੀ ਦਾ ਨਗਰ ਆਉਂਦਾ ਹੈ। ਉਸ ਤੋਂ ਥੋੜਾ ਜਿਹਾ ਹਟ ਕੇ ਚਮੰਡਾ ਨਗਰ, ਦੇਵੀ ਦਾ ਚਮੰਡਾ ਵੀ ਕਹਿੰਦੇ ਹਨ, ਉੱਥੇ ਮੇਲਾ ਲੱਗਦਾ ਹੈ। ਉਸ ਇਲਾਕੇ ਵਿੱਚ ਰੰਧਾਵਾ ਗੋਤ ਬਹੁਤ ਰਹਿੰਦਾ ਹੈ। ਰੰਧਾਵਿਆਂ ਵਿੱਚ ਹੀ ਬਾਬਾ ਬੁੱਢਾ ਜੀ ਹੋਏ ਨੇ ਤੇ ਰੰਧਾਵੇ ਗੋਤ ਦੇ ਵਿੱਚ ਹੀ ਬਹੁਤ ਸਾਰੇ ਸਿੰਘ ਸਜੇ ਨੇ ਤੇ ਬਹੁਤ ਸਾਰੇ ਰੰਧਾਵੇ ਜਿਹੜੇ ਨੇ ਉਹ ਮੁਸਲਮਾਨਾਂ ਦੇ ਪੱਖੀ ਵੀ ਹੋਏ ਨੇ ਔਰ ਕਈ ਮੁਸਲਮਾਨ ਵੀ ਬਣੇ ਨੇ ਰੰਧਾਵੇ। ਅਜੇ ਵੀ ਪਾਕਿਸਤਾਨ ਵਿੱਚ ਤੁਸੀਂ ਜਾਓ, ਰੰਧਾਵੇ ਮੁਸਲਮਾਨ ਵੀ ਮਿਲਦੇ ਆ। ਸੋ ਜਿਹੜਾ ਰਾਮਾ ਰੰਧਾਵਾ ਹੋਇਆ ਹੈ, ਘਣੀਏ ਕੇ ਬਾਂਗਰ ਪਿੰਡ ਹੈ ਉਹਦਾ, ਉਹ ਘਣੀਏ ਕੇ ਬਾਂਗਰ ਦਾ ਜੋ ਰਾਮਾ ਰੰਧਾਵਾ, ਅੱਗੇ ਚੱਲ ਕੇ ਉਹਦੀ ਕਥਾ ਆਉਣੀ ਹੈ, ਉਹ ਵੀ ਸਿੰਘਾਂ ਦਾ ਬੜਾ ਵੈਰੀ, ਸਿੰਘਾਂ ਦਾ ਬਹੁਤ ਦੁਸ਼ਮਣ ਸੀਗਾ। ਬਹੁਤ ਨੁਕਸਾਨ ਉਹ ਰਾਮੇ ਰੰਧਾਵੇ ਨੇ ਕਰਾਇਆ। ਸੋ ਰੰਧਾਵਿਆਂ ਵਿੱਚੋਂ ਹੀ ਕੁਝ ਸਿੰਘ ਸੱਜ ਗਏ, ਕੁਝ ਤੁਰਕ ਬਣ ਗਏ, ਕੁਝ ਤੁਰਕਾਂ ਦੇ ਪੱਖੀ ਹੋ ਗਏ। ਉਸ ਇਲਾਕੇ ਦੀ ਘਟਨਾ ਇੱਕ ਬਹੁਤ ਮਹੱਤਵਪੂਰਨ ਹੈ, ਉਹ ਭਾਈ ਸਾਹਿਬ ਰਤਨ ਸਿੰਘ ਜੀ ਸੁਣਾ ਰਹੇ ਨੇ। ਸੁਣੀਏ ਸਾਰੀ ਸੰਗਤ ਪਿਆਰ ਨਾਲ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਸੁਨੋ ਸਾਖੀ ਔਰ ਸਿੰਘ ਕੀ, ਜਿਨ ਤੁਰਕਾਂ ਸਿਰ ਸਿਰ ਲਾਏ। ਸਿੰਘਾਂ ਦੀ ਇੱਕ ਹੋਰ ਸਾਖੀ ਹੈ ਜਿਨ੍ਹਾਂ ਨੇ
ਆਪਣੇ ਸੀਸ ਤੁਰਕਾਂ ਦੇ ਸਿਰ ਲਾਏ ਹਨ, ਭਾਵ ਸ਼ਹੀਦੀਆਂ ਪਾਈਆਂ ਹਨ। ਸਿਦਕ ਰਖਿਓ ਗੁਰ ਬਚਨ ਪਰ, ਪਇਓ ਕੇਸਨ ਸਾਸਨ ਨਿਬਾਹੇ। ਗੁਰੂ ਦੇ ਬਚਨਾਂ ਤੇ ਸਿਦਕ ਭਰੋਸਾ ਰੱਖ ਕੇ ਜਾਨ ਤਲੀ ਤੇ ਧਾਰ ਕੇ ਖੇਡ ਗਏ। ਗੁਰੂ ਕੇ ਪਿਆਰੇ ਕੇਸਾਂ ਸਵਾਸਾਂ ਨਾਲ ਸਿੱਖੀ ਨਿਭਾ ਗਏ। ਨਾਮ ਠਾਮ ਜਾਤ ਗੋਤ ਬਤਾਉ। ਕਵੀ ਰਤਨ ਸਿੰਘ ਜੀ ਕਹਿੰਦੇ ਹਨ ਕਿ ਮੈਂ ਉਹਨਾਂ ਸਿੰਘਾਂ ਦਾ ਪਿੰਡ, ਉਹਨਾਂ ਸਿੰਘਾਂ ਦੇ ਨਾਮ, ਉਹਨਾਂ ਦੀ ਜਾਤ, ਬਰਾਦਰੀ, ਗੋਤ, ਸਭ ਭਾਈਚਾਰਾ ਉਹਨਾਂ ਦਾ ਦੱਸਦਾ ਹਾਂ। ਸਿੱਖੀ ਸਾਂਝਿਤ ਟੈਲ ਉਠਾਉ। ਜਿਹੜੇ ਸਿੰਘਾਂ ਨੇ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਆ ਸੀ। ਸੁਣੈ ਜਿਸ ਬਿਦ ਬੜੀਆਂ ਪਾਸ। ਔਰ ਜੋ ਮੈਂ ਆਪਣੇ ਵੱਡਿਆਂ ਕੋਲੋਂ, ਆਪਣੇ ਨਾਨਾ ਜੀ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲਿਆਂ ਕੋਲੋਂ ਸੁਣਿਆ ਹੈ, ਜਾਂ ਆਪਣੀ ਮਾਤਾ ਕੋਲੋਂ ਸੁਣਿਆ, ਆਪਣੇ ਪਿਤਾ ਰਾਏ ਸਿੰਘ ਤੋਂ, ਜਾਂ ਹੋਰ ਬਜ਼ੁਰਗ ਸਿੰਘਾਂ ਤੋਂ ਚਮਿੰਡੇ ਦੇ ਸਾਖੀ ਸੁਣੀ ਹੈ। ਕਹੂੰ ਤੇ ਮੈਂ ਪੰਥ ਰਖ ਹੇਤ ਦਾਸ। ਖਾਲਸਾ ਪੰਥ ਅੱਗੇ ਸੁਣਦਾ ਰਹੇਗਾ, ਇਸ ਵਾਸਤੇ ਮੈਂ ਲਿਖ ਦਿੰਨਾ ਹਾਂ। ਰਤਨ ਸਿੰਘ ਜੀ ਕਹਿੰਦੇ ਹਨ, ਹੁਤਮ ਰੰਦਾਵੇ ਚੁਮੰਡੇ ਬਾਈ ਬਾਸ। ਕਹਿੰਦੇ ਰੰਧਾਵੇ ਗੋਤ ਜਿਹੜੇ ਜੱਟ ਹਨ, ਇਹ ਚਮੰਡੇ ਦੇ ਇਲਾਕੇ ਵਿੱਚ ਬਹੁਤ ਵਸਦੇ। ਪਰਾਂ ਕਥੂ ਨੰਗਲ ਵੀ ਬਾਬਾ ਬੁੱਢਾ ਸਾਹਿਬ ਜੀ ਰੰਧਾਵੇ ਗੋਤ ਵਿੱਚੋਂ ਹੀ ਹਨ। ਤੇ ਅੱਗੇ ਰਾਮਾ ਰੰਧਾਵੇ ਦਾ ਇਲਾਕਾ ਹੈ। ਤੇ ਅਜਿੱਤਾ ਰੰਧਾਵਾ ਹੋਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰੇਮੀ, ਜਿਹੜਾ ਗੁਰੂ ਨਾਨਕ ਸਾਹਿਬ ਦੇ ਸਹੁਰੇ ਪਰਿਵਾਰ ਸਨ। ਬਾਬਾ ਮੂਲ ਚੰਦ ਜੀ ਚੋਣਾ ਖੱਤਰੀ, ਉਹ ਪਟਵਾਰੀ ਦਾ ਕੰਮ ਕਰਦੇ ਸਨ। ਤੇ ਅਜਿੱਤੇ ਰੰਧਾਵੇ ਦੇ ਪਿਤਾ ਹਿੱਤੇ ਰੰਧਾਵੇ ਦੇ ਕੋਲ ਉਹ ਪਟਵਾਰੀ ਲੱਗੇ ਸਨ। ਸੋ ਇਹ ਰੰਧਾਵਿਆਂ ਦਾ ਹੀ ਇਲਾਕਾ ਹੈ ਸਾਰਾ, ਜਿਹੜਾ ਬਟਾਲੇ ਤੋਂ ਉੱਪਰਲਾ ਇੱਧਰ ਅੰਮ੍ਰਿਤਸਰ ਤੋਂ ਅਗਲੇ ਪਾਸੇ ਦਾ ਹੈ। ਮਾਦਿਕ ਕਹਿਰੋ ਨੰਗਲ ਪਾਸ। ਔਰ ਮਾਝੇ ਦੇ ਵਿੱਚ ਹੀ ਇਹ ਸਾਰੇ ਵਸਦੇ ਜ਼ਿਆਦਾਤਰ ਰੰਧਾਵੇ। ਤੇ ਲਾਗੇ ਕੈਰੋਂ ਨਗਰ ਵੀ ਹੈ। ਕੈਰੋਂ ਬੜਾ ਪ੍ਰਸਿੱਧ ਸ਼ਹਿਰ ਨਗਰ ਹੈ, ਜਿੱਥੋਂ ਦੇ ਇੱਕ ਮੁੱਖ ਮੰਤਰੀ ਵੀ ਹੋਏ ਸਰਦਾਰ ਪ੍ਰਤਾਪ ਸਿੰਘ ਪੰਜਾਬ ਦੇ। ਇਸ ਤਰ੍ਹਾਂ ਕੈਰੋਂ ਨਗਰ ਹੈ ਮਾਝੇ ਦੇ ਵਿੱਚ। ਉਨ ਮਦ ਤੇ ਕੁਛ ਗੁਰ ਪੰਥ ਆਏ। ਉਹ ਕੈਰੋਂ ਨੰਗਲ ਤੋਂ ਤੇ ਚਮਿੰਡੇ ਤੋਂ ਬਹੁਤ ਸਾਰੇ ਨੌਜਵਾਨ ਖੰਡੇ ਦਾ ਅੰਮ੍ਰਿਤ ਛਕ ਕੇ ਪੰਥ ਖਾਲਸੇ 'ਚ ਰਲ ਗਏ, ਸਿੰਘ ਸੱਜ ਗਏ। ਖੰਡੇ ਪੌਲ ਲਈ ਸਤਰ ਉਠਾਏ। ਉਹਨਾਂ ਰੰਧਾਵੇ ਨੌਜਵਾਨਾਂ ਨੇ ਸ਼ਸਤਰ ਧਾਰੀ ਹੋ ਕੇ ਖੰਡੇ ਦੀ ਪੌਲ ਛਕ ਕੇ ਸਿੰਘ ਪੰਥ ਵਿੱਚ ਸ਼ਮੂਲੀਅਤ ਕੀਤੀ। ਜਿਵੇਂ ਸਤਿਗੁਰੂ ਸ੍ਰੀ ਸਤਿਗੁਰ ਆਗਿਆ ਦਈ। ਜੋ ਮਹਾਰਾਜ ਕਲਗੀਧਰ ਪਾਤਸ਼ਾਹ ਖਾਲਸੇ ਨੂੰ ਆਗਿਆ ਦਿੱਤੀ ਸੀ ਵੀ ਹਰ ਵੇਲੇ ਸ਼ਸਤਰ ਸਜਾ ਕੇ ਰੱਖਣੇ ਆ, ਕਮਰ ਕਸਾ ਕਰਕੇ ਰੱਖਣਾ ਹੈ, ਜੰਗ ਦੀ ਤਿਆਰੀ ਰੱਖਣੀ ਹੈ। ਜਿਵੇਂ ਰੋਜ਼ ਕਹਿੰਦੇ ਵੀ ਬਾਣੀ ਦਾ ਨਿਤਨੇਮ ਕਰਨਾ, ਇਦਾਂ ਸ਼ਸਤਰ ਵਿਦਿਆ ਦਾ ਅਭਿਆਸ ਵੀ ਰੋਜ਼ ਕਰਨਾ। ਇਹ ਮਹਾਰਾਜ ਦਸਮ ਪਾਤਸ਼ਾਹ ਦਾ ਹੁਕਮ ਹੈ ਵੀ ਜਿਹੜਾ ਸਿੰਘ ਨਿਤਨੇਮ ਪੰਜਾਂ ਬਾਣੀਆਂ ਦਾ ਕਰਦਾ, ਰਹਿ ਰਾਸ ਦਾ ਪਾਠ, ਕੀਰਤਨ ਸੋਹਿਲੇ ਦਾ ਜ਼ਰੂਰੀ ਹੈ, ਇਦਾਂ ਸ਼ਸਤਰ ਵੀ ਰੋਜ਼ ਅਭਿਆਸ ਕਰਨਾ। ਇਹ ਉਹ ਪੁਰਾਣੇ ਸਿੰਘ ਪੱਕੇ ਪਹਿਰਾ ਦਿੰਦੇ ਸਨ ਇਸ ਗੱਲ ਉੱਤੇ। ਵਹੀ ਪਾਤਿਨ ਕਰਨੀ ਠਈ। ਉਹਨਾਂ ਸਿੰਘਾਂ ਨੇ ਉਹੀ ਬਾਤ ਕਰਨੀ, ਠਾਣ ਲਈ ਵੀ ਅਸੀਂ ਤਾਂ ਮਹਾਰਾਜ ਦਾ ਹੁਕਮ ਮੰਨਣਾ, ਸ਼ਸਤਰ ਵੀ ਨਹੀਂ ਛੱਡਣੇ, ਬਾਣੀ ਵੀ ਨਹੀਂ ਛੱਡਣੀ। ਰਲੇ ਪੰਥ ਗੁਰ ਕਰੇ ਦੰਗਾਹੀ। ਉਹ ਖਾਲਸੇ ਪੰਥ ਵਿੱਚ ਰਲ ਗਏ ਸਿੰਘ। ਤੇ ਬਾਬੇ ਬੰਦੇ ਬਹਾਦਰ ਦੇ ਨਾਲ ਵੀ ਕਈ ਸਿੰਘ ਸ਼ਾਮਲ ਰਹੇ, ਕਈ ਬਾਅਦ ਵਿੱਚ ਨਵੇਂ ਵੀ ਸਜੇ। ਤੇ ਬਿਰਤੀ ਦੰਗੇ ਗੋਤ ਵਾਲੀ, ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ। ਤੇ ਇਦਾਂ ਦੀ ਬਿਰਤੀ ਸੀ ਉਹਨਾਂ ਸੂਰਬੀਰਾਂ ਦੀ। ਲਾਹੌਰੋਂ ਦਿੱਲੀ ਰਾਹ ਲੁੱਟ ਖਾਹੀ। ਉਸ ਵੇਲੇ ਜਦੋਂ ਖਾਲਸਾ ਸਜਿਆ ਤੇ ਖਾਲਸੇ ਨੂੰ ਤੰਗਤ ਆਈ ਸੀ। ਪਹਿਲਾਂ ਹੀ ਆਪਾਂ ਸੁਣਦੇ ਆ ਰਹੇ ਹਾਂ ਵੀ ਜਦੋਂ 1699 ਦੀ ਵਿਸਾਖੀ ਨੂੰ ਮਹਾਰਾਜ ਨੇ ਅੰਮ੍ਰਿਤ ਛਕਾਇਆ, ਉਸ ਤੋਂ 6 ਮਹੀਨੇ ਬਾਅਦ ਹੀ ਪੰਜਾਬ 'ਚ ਸਿੰਘਾਂ ਦੇ ਦਲ ਫਿਰਨ ਲੱਗ ਪਏ। ਔਰ ਉਹਨਾਂ ਨੂੰ ਖਰਚੇ ਪਾਣੀ ਦੀ ਬੜੀ ਔਖਿਆਈ ਹੁੰਦੀ ਸੀ। ਫਿਰ ਲੁੱਟਣਾ ਪੈਂਦਾ ਸੀ ਸਰਕਾਰੀ ਖਜ਼ਾਨਾ, ਕਿਉਂਕਿ ਸਰਕਾਰ ਦੇ ਡਰ ਕਰਕੇ ਲੋਕ ਵੀ ਸਿੰਘਾਂ ਨੂੰ ਮਦਦ ਨਹੀਂ ਸੀ ਦਿੰਦੇ ਵੀ ਸਰਕਾਰ ਸਾਨੂੰ ਕੁਝ ਕੀ ਕਹੇਗੀ। ਤੇ ਸਰਕਾਰ ਨੇ ਤਾਂ ਕੀ ਦੇਣਾ ਸੀ ਖਾਲਸੇ ਨੂੰ, ਫਿਰ ਉਹ ਲੁੱਟਣਾ ਹੀ ਪੈਂਦਾ ਨਾ। ਸੋ ਖਾਲਸਾ ਫਿਰ ਉਹਨਾਂ ਤੁਰਕਾਂ ਤੋਂ ਲੁੱਟ ਕੇ ਖਾਂਦਾ ਹੈ। ਲਾਹੌਰ ਤੇ ਦਿੱਲੀ ਦਾ ਜਿਹੜਾ ਰਸਤਾ ਹੈ, ਜਿਹੜੀ ਸੜਕ ਲਾਹੌਰ ਤੋਂ ਦਿੱਲੀ ਔਰ ਦਿੱਲੀ ਤੋਂ ਲਾਹੌਰ ਜਾਂਦੀ ਹੈ, ਉਹਦੇ ਤੇ ਕਈ ਵਾਰੀ ਸਰਕਾਰੀ ਖਜ਼ਾਨਾ ਜਾਇਆ ਕਰਦਾ ਸੀ। ਲਾਹੌਰ ਤੋਂ ਦਿੱਲੀ ਜਾਂਦਾ ਖਜ਼ਾਨਾ, ਖਜ਼ਾਨੇ ਉੱਥੋਂ ਵੀ ਆਂਦਾ ਜਾਂਦਾ। ਫਿਰ ਸਿੰਘ ਉਹ ਖਜ਼ਾਨਾ, ਸਰਕਾਰੀ ਖਜ਼ਾਨਾ ਲੁੱਟਦੇ, ਗਰੀਬ ਮਾਰ ਨਹੀਂ ਸੀ ਕਰਦੇ। ਜੋ ਚੌਕਸੋਂ ਹੁਤ ਖਾਲਸੇ ਤੌਰ। ਉਸ ਵੇਲੇ ਜੋ ਖਾਲਸੇ ਦਾ ਤੌਰ ਤਰੀਕਾ ਸੀਗਾ, ਜੋ ਸਿੰਘਾਂ ਦੀ ਉਸ ਵੇਲੇ ਮਰਜ਼ਾਦਾ ਸੀਗੀ, ਤਿੰਨ ਪੀ ਤੇ ਮੈਂ ਮਚਾਇਓ ਰੋਰ। ਉਹ ਗੱਭਰੂ ਜਿਹੜੇ ਸੀਗੇ ਚਮਿੰਡੇ ਦੇ ਇਲਾਕੇ ਦੇ, ਕੈਰੋਂ ਪਿੰਡ ਦੇ,
ਉਹਨਾਂ ਗੱਭਰੂ ਨੌਜਵਾਨ ਸਿੰਘਾਂ ਨੇ ਵੀ ਉਸੇ ਤਰੀਕੇ ਨਾਲ ਹੀ ਰੌਲਾ ਪਾ ਲਿਆ। ਭਾਵ ਸਿੰਘਾਂ ਦੇ ਅਜੇ ਮਰਜ਼ਾਦਾ ਹੈ ਵੀ ਸਰਕਾਰੀ ਖਜ਼ਾਨੇ ਲੁੱਟਣੇ ਤੇ ਸਿੰਘਾਂ ਨੂੰ ਗਰੀਬਾਂ ਨੂੰ ਛਕਾ ਦੇਣੇ। ਸੋ ਖਬਰ ਹੈ ਤੁਰਕਨ ਪਾਈ। ਹੁਣ ਤੁਰਕਾਂ ਦੀ ਵੀ CID ਚੱਲਦੀ ਸੀ, ਪਿੰਡਾਂ ਦੇ ਵਿੱਚ ਮੁਖਬਰ ਰਹਿੰਦੇ ਸਨ, ਸੂਈਏ ਰਹਿੰਦੇ ਸਨ, ਮਿੰਟ ਮਿੰਟ ਦੀ ਖਬਰ ਸਰਕਾਰ ਨੂੰ ਦਿੰਦੇ ਸਨ। ਉਹਨਾਂ ਸੂਈਆਂ ਨੇ ਖਬਰ ਦਿੱਤੀ ਸਰਕਾਰ ਨੂੰ ਵੀ ਕੈਰੋਂ ਦੇ ਤੇ ਚਮਿੰਡੇ ਦੇ ਇਲਾਕੇ ਦੇ ਸਿੰਘ ਜਿਹੜੇ ਨੇ ਇਹ ਬੜੇ ਧਾੜਵੀ ਜੰਗੀ ਸਿੰਘ ਹਨ, ਆਏ ਮਰਨ ਉਨ ਕਰਤਾਈ। ਇਹ ਸਿੰਘਾਂ ਨੂੰ ਮਰਵਾ ਦੇਣਾ ਚਾਹੀਦਾ ਹੈ, ਨਹੀਂ ਤਾਂ ਇਹ ਸਰਕਾਰ ਦੇ ਨਾਲ ਕਿਸੇ ਤਰੀਕੇ ਦਾ ਵੀ ਹੋਰ ਵੱਡਾ ਵਿਰੋਧ ਖੜਾ ਕਰ ਦੇਣਗੇ। ਸੋ ਉਹਨਾਂ ਸਿੰਘਾਂ ਨੂੰ ਮਰਵਾਉਣ ਦੀਆਂ ਸਕੀਮਾਂ ਸਰਕਾਰ ਬਣਾਉਣ ਲੱਗ ਪਈ। ਸਿੰਘਨ ਪੈ ਗੜਨਾ ਹੁਤੋ ਜਿਤ ਕੀ ਓਟ ਲੜਾਹੇ। ਸਿੰਘਨ ਪੈ ਗੜ ਨਾ ਹੁਤੋ, ਗੜ ਨਾਮ ਕਿਲੇ ਦਾ ਹੈ। ਸਿੰਘਾਂ ਕੋਲ ਕਿਲਾ ਕੋਈ ਨਹੀਂ ਸੀ ਵੀ ਜਿਹਦੇ ਵਿੱਚ ਵਾਕੀ ਹੋ ਕੇ ਸਰਕਾਰ ਨਾਲ ਲੜ ਸਕਦੇ। ਨਾ ਸਿੰਘਾਂ ਕੋਲ ਕੋਈ ਗੜੀ ਸੀ, ਨਾ ਕੋਈ ਕਿਲਾ ਸੀ। ਉਠ ਨਟ ਰੋਈ ਮਦ ਛਿਪੈ ਕੇ ਖੂਨ ਖੰਡਨ ਮਾਹੇ। ਉਸ ਵੇਲੇ ਸਿੰਘਾਂ ਦਾ ਲੁਕਣ ਦਾ ਟਿਕਾਣਾ ਕੀ ਸੀਗਾ? ਜੰਗਲ ਸੀਗੇ, ਰੋਈਆਂ ਜਾਂ ਖੂਹਾਂ ਤੇ ਖੱਡਾਂ 'ਚ ਲੋਕ ਕੇ ਟਾਈਮ ਪਾਸ ਕਰਿਆ ਕਰਦੇ ਸੀ। ਇਹੋ ਜਿਹਾ ਸਮਾਂ ਸੀ ਖਾਲਸਾ ਜੀ। ਵਿਪਤਾ ਦੇ ਸਮੇਂ ਵਿੱਚ ਸਿੰਘਾਂ ਉੱਤੇ ਜਦੋਂ ਸਰਕਾਰ ਸਿਰਾਂ ਦੇ ਮੁੱਲ ਪਾਉਣ ਲੱਗ ਪਈ, ਸਿੰਘਾਂ ਦੇ ਸਿਰ ਵੱਢਣ ਲੱਗ ਪਈ, ਉਸ ਵੇਲੇ ਕੋਈ ਆਸਰਾ ਨਹੀਂ ਸੀ। ਸੁਣੀ ਸਿੰਘਨ ਜਮ ਤੁਰਕਨ ਅਵਾਈ। ਜਦੋਂ ਇਹਨਾਂ ਸਿੰਘਾਂ ਨੂੰ ਪਤਾ ਲੱਗਾ ਵੀ ਤੁਰਕ ਸਾਡੇ ਮਾਰਨ ਦਾ ਬੰਦੋਬਸਤ ਕਰ ਰਹੇ ਨੇ, ਤੁਰਕ ਸਾਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਨੇ, ਤੁਰਕ ਸਾਨੂੰ ਸ਼ਹੀਦ ਕਰਨਾ ਚਾਹੁੰਦੇ ਨੇ, ਛੜ ਕਰ ਗਏ ਬੋਲੇ ਲੁਕਾਈ। ਸਿੰਘ ਫਿਰ ਉਸ ਵੇਲੇ ਹਰਨ ਭਰਨ ਹੋ ਗਏ। ਆਮ ਲੋਕਾਂ ਦੀ ਬੋਲੀ ਭੱਜ ਗਏ, ਪਰ ਖਾਲਸੇ ਦਾ ਬੋਲਾ ਹਰਨ ਭਰਨ ਹੋ ਗਏ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੇ ਹੋਰ। ਸੋ ਖਾਲਸਾ ਜੀ ਘਰਾਂ ਨੂੰ ਛੱਡ ਕੇ ਜੰਗਲਾਂ ਨੂੰ ਚਲੇ ਗਏ। ਬਾਹਰ ਖੇਤਾਂ ਵਿੱਚ ਰਾਤਾਂ ਕੱਟਣੀਆਂ, ਕਿਤੇ ਜੰਗਲ ਵਿੱਚ ਟਾਈਮ ਕੱਟਣਾ। ਇਦਾਂ ਫਿਰ ਉਹ ਸਿੰਘ ਆਪਣੇ ਬਚਾਅ ਲਈ ਚਲੇ ਗਏ। ਹੁਤੇ ਉਹਨੇ ਕਹਿ ਟੱਬਰ ਜੋ। ਉਹਨਾਂ ਵਿਚਾਰਿਆਂ ਦੇ ਜਿਹੜੇ ਟੱਬਰ ਸੀਗੇ, ਬਾਲ ਬੱਚੇ ਸੀਗੇ, ਉਹ ਘਰਾਂ ਵਿੱਚ। ਹੁਣ ਬੱਚੇ ਕਿੱਥੇ ਜਾਣ? ਨਿੱਕੇ ਨਿੱਕੇ ਸਿੰਘ ਤਾਂ ਚਲੇ ਗਏ, ਪਰ ਬੀਬੀਆਂ ਦੇ ਬੱਚੇ ਘਰਾਂ ਵਿੱਚ ਸਨ। ਰਲ ਮਿਲ ਲੋਕਨ ਬਚ ਰਹਿ ਤਿਉ। ਉਹ ਵਿਚਾਰੇ ਵੀ ਬਾਲ ਬੱਚੇ ਵੀ ਆਪਣੇ ਆਂਢੀਆਂ ਗੁਆਂਢੀਆਂ ਦੇ ਘਰਾਂ 'ਚ ਲੁੱਕ ਕੇ ਟਾਈਮ ਕੱਟਿਆ ਕਰਦੇ। ਜਦੋਂ ਫੌਜ ਆਉਂਦੀ ਸੀ ਘਰਾਂ ਦੀ ਤਲਾਸ਼ੀ ਲੈਣ ਲਈ, ਬੀਬੀਆਂ ਆਪਣੇ ਬੱਚੇ ਲੈ ਕੇ ਕਦੀ ਕਿਸੇ ਦੇ ਘਰ, ਕਦੀ ਕਿਸੇ ਦੇ ਘਰ ਰਾਤ ਬਰਾਤੇ ਰਹਿਣਾ ਬੜਾ ਔਖਾ ਸੀਗਾ ਸਮਾਂ ਉਸ ਵੇਲੇ। ਦਿਨੈ ਸਿੰਘ ਹੁਤ ਥੇ ਤਿਹ ਨਾਏ। ਦੋ ਦਿਨ ਵੇਲੇ ਸਿੰਘ ਜਿਹੜੇ ਸਨ ਉਹ ਘਰੋਂ ਨਿਕਲ ਜਾਂਦੇ, ਰਾਤ ਨੂੰ ਕਦੀ ਆਉਂਦੇ ਵਿਚਾਰੇ। ਜਦੋਂ ਪ੍ਰਸ਼ਾਦੇ ਦੀ ਭੁੱਖ ਲੱਗਦੀ ਤੇ ਘਰਾਂ ਜਾ ਕੇ ਪ੍ਰਸ਼ਾਦਾ ਛਕਦੇ, ਫਿਰ ਨਿਕਲ ਜਾਂਦੇ ਸਨ। ਰਾਤ ਪਰੀ ਆਵਤ ਕਰ ਮਾਹੇ। ਰਾਤ ਪਈ ਤੇ ਘਰ ਆਉਣਾ। ਇਹ ਉਹਦੀ ਕਹਾਵਤ ਚਲੀ ਆਉਂਦੀ ਹੈ। ਮਾਈਆਂ ਹੁਣ ਤਾਂ ਬੀਬੀਆਂ ਨੂੰ ਪਤਾ ਨਹੀਂ, ਆ ਜਿਹੜੇ ਫਿਲਮੀ ਐਕਟਰਾਂ ਦੇ ਗਾਣੇ ਆ ਗਏ ਆ ਨਾ, ਪਹਿਲਾਂ ਤਾਂ ਲੋਕ ਗੀਤ ਹੁੰਦੇ ਸੀ ਮਾਝੇ ਮਾਲਵੇ ਵਿੱਚ, ਤੇ ਵਿਆਹਾਂ ਸ਼ਾਦੀਆਂ ਤੇ ਨਾ ਮਾਈਆਂ ਗੀਤ ਗਾਉਂਦੀਆਂ ਹੁੰਦੀਆਂ ਸੀ। ਇੱਕ ਗੀਤ ਬੜਾ ਪ੍ਰਚਲਿਤ ਹੈ, ਘੋੜਾ ਸਿੰਘਾ ਵੇ ਤੇਰਾ 1500 ਦਾ। ਉਹ ਸਿੰਘਾਂ ਨੂੰ ਉਸ ਵੇਲੇ ਉਹ ਘਰ ਵਾਲੀਆਂ ਗਾਉਂਦੀਆਂ ਹੁੰਦੀਆਂ ਸੀ। ਦਿਨੇ ਦਾ ਜਾਣਾ ਤੇਰਾ, ਰਾਤੇ ਦਾ ਆਵਣਾ। ਉਹ ਉਸ ਵੇਲੇ ਦੀ ਅਵਸਥਾ ਹੈ ਵੀ ਸਵੇਰੇ ਹੀ ਵਿਚਾਰਿਆਂ ਨੇ ਚਲੇ ਜਾਣਾ ਘੋੜਿਆਂ ਤੇ ਰਾਤ ਨੂੰ ਕਿਤੇ 12-1 ਵਜੇ ਆਉਣਾ, ਗੱਫਾ ਤਿਆਰ ਹੋਣਾ, ਛੱਕ ਕੇ ਫਿਰ ਚਲੇ ਜਾਣਾ। ਇਦਾਂ ਖਾਲਸੇ ਦੀ ਉਹ ਦਸ਼ਾ ਸੀ ਉਸ ਵੇਲੇ। ਬੀਬੀਆਂ ਭੈਣਾਂ ਬਹੁਤ ਔਖਾ ਸਮਾਂ ਕੱਟ ਰਹੀਆਂ ਸਨ। ਇਸੀ ਬਾਰ ਤੋਂ ਇਮ ਬਚ ਰਹਿ। ਇਸ ਤਰ੍ਹਾਂ ਵਿਚਾਰੇ ਬਚਾਅ ਕਰਦੇ ਸੀ ਆਪਣਾ। ਦਿਨ ਤਾਂ ਸਾਰਾ ਦਿਨ ਕਮਾਦਾਂ ਵਿੱਚ, ਰੋਈਆਂ ਵਿੱਚ, ਖੱਡਾਂ ਵਿੱਚ, ਖੂਹਾਂ ਵਿੱਚ, ਜੰਗਲਾਂ ਬੇਲਿਆਂ 'ਚ ਲੁਕਣਾ। ਰਾਤ ਨੂੰ ਕਿਤੇ ਘਰ ਆਉਣਾ ਤੇ ਉਹ ਵੀ ਕਦੀ ਆਉਣਾ ਕਦੀ ਨਾ ਆਉਣਾ। ਕਦੀ ਸਿੰਘਾਂ ਦੇ ਸੱਜਣਾ ਮਿੱਤਰਾਂ ਨੇ ਪ੍ਰਸ਼ਾਦੇ ਬਣਾ ਕੇ ਉੱਥੇ ਖੇਤਾਂ 'ਚ ਪਹੁੰਚਾ ਦੇਣੇ, ਉੱਥੇ ਛਕ ਲੈਣੇ। ਹੱਥ ਨ ਆਏ ਵੈ ਖਾਲੀ ਗਏ। ਤੁਰਕਾਂ ਦੀ ਫੌਜ ਕਈ ਵਾਰੀ ਇਹਨਾਂ ਕੈਰੋਂ ਪਿੰਡ ਦੇ ਤੇ ਚਮਿੰਡੇ ਪਿੰਡ ਦੇ ਸਿੰਘਾਂ ਨੂੰ ਫੜਨ ਆਈ, ਪਰ ਇਹ ਨੌਜਵਾਨ ਹੱਥਕਾਊ ਆਏ ਨਹੀਂ, ਹੱਥ ਨਹੀਂ ਆਏ, ਇਹ ਬਾਹਰ ਹੀ ਨਿਕਲ ਜਾਂਦੇ ਰਹੇ। ਜਬ ਖਾਲੀ ਤੁਰਕ ਇਮ ਗਏ ਆਏ ਨਮੋਸ਼ੀ ਤਾਹੇ। ਜਦੋਂ ਤੁਰਕ ਆਏ 2-4 ਵਾਰੀ ਉਹਨਾਂ ਨੇ ਛਾਪੇ ਮਾਰੇ, ਪਰ ਸਿੰਘ ਲੱਭੇ ਨਹੀਂ। ਤੁਰਕਾਂ ਨੂੰ ਬੜੀ ਨਮੋਸ਼ੀ ਹੋਈ
ਕਿਉਂਕਿ ਜਦੋਂ ਕਿਸੇ ਨੂੰ ਫੜਨ ਜਾਈਏ ਉਹ ਨਾ ਕਾਬੂ ਆਵੇ ਗੁੱਸਾ ਵੀ ਚੜ੍ਹਦਾ, ਉੱਪਰੋਂ ਝਿੜਕਾਂ ਪੈਂਦੀਆਂ ਅਫਸਰਾਂ ਦੀਆਂ ਵੀ ਤੁਸੀਂ ਕੀ ਕਰਨ ਗਏ ਸੀ, ਫੜ ਕੇ ਨਹੀਂ ਲਿਆਏ। ਉਹ ਫਿਰ ਬੜੇ ਨਮੋਸ਼ੀ ਹੋਈ ਤੁਰਕਾਂ ਨੂੰ ਵੀ ਇਹ ਕਾਬੂ ਕਿਉਂ ਨਹੀਂ ਆਉਂਦੇ। ਚਿਤੈ ਜਿਮ ਚੂਰਤ ਫਿਰੈ ਮਾਰਨ ਸਿੰਘ ਫਿਰਾਹੇ। ਇਹ ਝੂਰਦੇ ਫਿਰਦੇ ਵਿੱਚ ਕਿਸੇ ਤਰੀਕੇ ਨਾਲ ਸਿੰਘ ਸਾਡੇ ਕਾਬੂ ਆ ਜਾਣ ਤੇ ਅਸੀਂ ਮਾਰ ਕੇ ਮੁਕਾ ਦਈਏ ਸਿੰਘਾਂ ਨੂੰ। ਤੁਰਕ ਸਿੰਘਨ ਫਿਰ ਚਾਹੇ ਮਾਰਨ। ਤੁਰਕ ਸਿੰਘਾਂ ਨੂੰ ਮਾਰਨਾ ਚਾਹੁੰਦੇ, ਖਤਮ ਕਰਨਾ ਚਾਹੁੰਦੇ ਉਸ ਵੇਲੇ। ਸਿੰਘ ਪੀ ਚਾਹੇ ਵਕਤ ਗੁਜ਼ਾਰਨ। ਤੇ ਸਿੰਘ ਚਾਹੁੰਦੇ ਵਕਤ ਗੁਜ਼ਾਰੀਏ, ਟਾਈਮ ਕੱਟੀਏ, ਬੜਾ ਮੁਸ਼ਕਲ ਦਾ ਸਮਾਂ ਹੈ। ਸਰਕਾਰ ਜਾਨ ਦੇ ਪਿੱਛੇ ਪਈ ਹੈ, ਸਿਰਾਂ ਦੇ ਮੁੱਲ ਪਏ ਨੇ। ਉਹ ਸਿੰਘ ਵਿਚਾਰੇ ਖੇਤਾਂ ਵਿੱਚ, ਖੱਡਾਂ ਵਿੱਚ, ਰੋਹੀਆਂ ਵਿੱਚ, ਜੰਗਲਾਂ ਵਿੱਚ ਟਾਈਮ ਕੱਟਦੇ ਨੇ। ਕਹਿ ਸਿੰਘ ਕਬ ਹਮ ਬਖਤ ਆਵਗ। ਫਿਰ ਆਪਸ ਵਿੱਚ ਗੱਲਾਂ ਕਰਦੇ ਆ ਸਿੰਘ, ਕਹਿੰਦੇ ਕਦੇ ਸਾਡਾ ਵੀ ਟਾਈਮ ਆਏਗਾ, ਕਦੀ ਸਾਡਾ ਵੀ ਰਾਜ ਹੋਵੇਗਾ, ਕਦੀ ਅਸੀਂ ਵੀ ਸਰਦਾਰੀਆਂ ਪਾਵਾਂਗੇ, ਅਸੀਂ ਵੀ ਸੁੱਖ ਨਾਲ ਰਵਾਂਗੇ ਘਰਾਂ ਵਿੱਚ। ਹਮ ਤੈ ਲੋਕ ਤੁਰਕ ਜਿੰਦ ਬਚਾਵਗ। ਫਿਰ ਅੱਗੋਂ ਸਿਆਣੇ ਸਿੰਘ ਕਹਿੰਦੇ ਹਾਂ ਖਾਲਸਾ ਜੀ, ਜਿਵੇਂ ਆਪਾਂ ਅੱਜ ਲੁਕ ਲੁਕ ਕੇ ਜਾਨਾਂ ਬਚਾਉਂਦੇ ਆ, ਕਦੀ ਸਮਾਂ ਆਏਗਾ ਇਹ ਤੁਰਕ ਸਿੰਘਾਂ ਤੋਂ ਲੁਕ ਕੇ ਜਾਨ ਬਚਾਇਆ ਕਰਨਗੇ। ਇਹ ਭੱਜ ਭੱਜ ਕੇ ਜਾਇਆ ਕਰਨਗੇ ਸਿੰਘਾਂ ਤੋਂ ਡਰਦੇ ਹੋਏ। ਹਨੇ ਹਨੇ ਹੋਏ ਬੈ ਪਤਸ਼ਾਹੇ। ਜਿਹੜੇ ਬਾਣੀ ਪੜਨ ਵਾਲੇ ਭਰੋਸੇ ਵਾਲੇ ਸਿੰਘ ਗੁਰੂ ਦੇ ਪਿਆਰੇ, ਉਹ ਕਹਿੰਦੇ ਹੰਨੇ ਹੰਨੇ ਖਾਲਸੇ ਦਾ ਰਾਜ ਹੋ ਜਾਏਗਾ। ਥਾਂ ਥਾਂ ਦੇ ਸਿੰਘਾਂ ਦੇ ਘੋੜੇ ਫਿਰਨਗੇ, ਫੌਜਾਂ ਹੋਣਗੀਆਂ, ਇਹ ਦਬੜੂ ਕੁਸੜੂ ਭੱਜ ਜਾਣਗੇ ਖਾਲਸੇ ਦਾ ਦਬਕਾ ਸੁਣ ਕੇ। ਲਹਿ ਆਪ ਆਪਣੋ ਮੁਲਕ ਉਗਰਾਹੇ। ਇਹ ਪੰਜਾਬ ਆਪਣਾ ਹੈ ਤੇ ਆਪਾਂ ਇਹਦਾ ਸਾਰਾ ਮਾਮਲਾ ਉਗਰਾਇਆ ਕਰਾਂਗੇ। ਸਾਨੂੰ ਕਲਗੀਧਰ ਪਾਤਸ਼ਾਹ ਨੇ ਵਰ ਦਿੱਤਾ ਹੈ। ਹਮ ਗੁਰ ਬਚਨ ਝੂਠ ਤੋ ਨਾਹੀ। ਸਾਡੇ ਗੁਰੂ ਦੇ ਬਚਨ ਝੂਠੇ ਦੇ ਹੋ ਨਹੀਂ ਸਕਦੇ। ਉਹਨਾਂ ਨੇ ਕਿਹਾ ਸੀ ਵੀ ਖਾਲਸੇ ਦਾ ਬੋਲਬਾਲਾ ਹੋਵੇਗਾ। ਸੁਣੋ ਕਾਜੀ ਰੁਕਨਦੀਨ ਸਿੰਘ ਕਰੇਂਗੇ ਰਾਜ। ਇਹ ਬਚਨ ਮੱਕੇ ਮਦੀਨੇ 'ਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਾਜੀ ਰੁਕਨਦੀਨ ਨੂੰ ਕਹੇ ਸਨ। ਸੁਣੋ ਕਾਜੀ ਰੁਕਨਦੀਨ ਸਿੰਘ ਕਰੇਂਗੇ ਰਾਜ। ਮਲੇਸ਼ ਸੇਖ ਸਭ ਨਿਵੇਂਗੇ, ਪੀਰ ਮੁਰੀਦ ਸਾਹਿਬ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ। ਛਤਰ ਝੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਉਹ ਜੋ ਵਚਨ ਸ੍ਰੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕੀਤੇ ਹਨ ਉਹ ਪੂਰੇ ਹੋਣੇ ਹੀ ਹੋਣੇ ਹਨ। ਹਮ ਸਹੀ ਜਾਏ ਦੁ ਕਟੇ ਤਾਹੀ। ਇਹ ਜਿਹੜੇ ਅਸੀਂ ਦੁੱਖ ਕੱਟ ਰਹੇ ਹਾਂ, ਸਾਡੀਆਂ ਜਗੀਰਾਂ ਲੱਗ ਰਹੀਆਂ ਨੇ, ਸਾਡੀਆਂ ਔਲਾਦਾਂ, ਸਾਡੇ ਆਉਣ ਵਾਲੀਆਂ ਪੀੜ੍ਹੀਆਂ ਆਰਾਮ ਨਾਲ ਖਾਣਗੀਆਂ। ਦੋਹਰਾ ਹੁਤੇ ਵਦਨ ਮਦ ਸਾਖ ਮਿਤ ਸਿੰਘ ਬਸੈ ਨਿਜ ਦੇਸ। ਇਹ ਪੰਜਾਬ ਸਿੰਘਾਂ ਦਾ ਹੈ ਤੇ ਪੰਜਾਬ ਦੇ ਰਿਸ਼ਤੇਦਾਰੀਆਂ ਹਨ, ਆਪਣੇ ਪਿੰਡਾਂ ਵਿੱਚ ਪਰਿਵਾਰ ਹਨ, ਜਾਣ ਪਛਾਣ ਹੈ, ਇਲਾਕੇ ਆਪਣੇ ਹਨ। ਤਿਹੀ ਗੁਜ਼ਾਰਾ ਸਿੰਘ ਕਰੈ ਲੁਕ ਛਪ ਰਖ ਗੁਰ ਪੇਸ। ਇੱਕ ਪਿੰਡ ਵਾਲੇ ਦੂਜੇ ਪਿੰਡ ਦੀ ਸੱਥ ਵਿੱਚ ਜਾ ਕੇ ਟਾਈਮ ਕੱਟਦੇ ਆ। ਉਥੋਂ ਦੇ ਜਿਹੜੇ ਸੱਜਣ ਮਿੱਤਰ ਇਸ਼ਾਰਾ ਕਰ ਦਿੰਦੇ, ਸਹਿਜਧਾਰੀ ਹਿੰਦੂ ਜਿਹੜੇ ਗੁਰੂ ਘਰ ਨੂੰ ਮੰਨਣ ਵਾਲੇ, ਉਹ ਵਿਚਾਰੇ ਉਹਨਾਂ ਨੂੰ ਲੁਕ ਛੁਪ ਕੇ ਪ੍ਰਸ਼ਾਦੇ ਦੋ ਦੋ ਦੇ ਜਾਂਦੇ ਆ। ਉਹ ਛੱਕ ਕੇ ਗੁਜ਼ਾਰਾ ਕਰ ਲੈਂਦੇ ਆ। ਤੇ ਖਾਲਸਾ ਜੀ ਇਸ ਤਰ੍ਹਾਂ ਉਹ ਸਮਾਂ ਜਿਹੜਾ ਹੈ ਸਿੰਘ ਕੱਟ ਰਹੇ ਹਨ। ਆ ਫਿਰ ਸੁਣੋ ਉਨ ਸਿੰਘਨ ਬਾਤ। ਹੁਣ ਸੁਣੋ ਖਾਲਸਾ ਜੀ ਸਿੰਘਾਂ ਦੀ ਬਾਤ। ਕਰਾਏ ਦਇਓ ਜਿਮ ਦੁਸ਼ਟਨ ਘਾਤ। ਪਰ ਦੁਸ਼ਟ ਦਗੇਬਾਜ਼ ਲੋਕ ਬਾਜ਼ ਨਹੀਂ ਆਉਂਦੇ, ਉਹਨਾਂ ਨੂੰ ਸਬਰ ਨਹੀਂ ਆਉਂਦਾ। ਉਹ ਜਿੰਨਾ ਚਿਰ ਦੁਸ਼ਟਾਈ ਨਹੀਂ ਕਰ ਲੈਂਦੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਉਹਨਾਂ ਦੁਸ਼ਟਾਂ ਨੇ ਚਮਿੰਡੇ ਔਰ ਕੈਰੋਂ ਦੇ ਇਹਨਾਂ ਗੱਭਰੂ ਸਿੰਘਾਂ ਨੂੰ ਕਿਵੇਂ ਸ਼ਹੀਦ ਕਰਾਇਆ, ਉਹ ਗੱਲ ਸੁਣੋ। ਹੁਤੋ ਸਜਾਦੋ ਸੁਲਤਾਨੀਓ ਗ੍ਰਾਮ। ਇੱਥੇ ਸਾਧ ਸੰਗਤ ਜੀ ਜਿਹੜੇ ਇਹ ਪਿੰਡ ਸੀਗੇ ਰੰਧਾਵਿਆਂ ਦੇ, ਇਹਨਾਂ ਪਿੰਡਾਂ ਦੇ ਵਿੱਚ ਸੁਲਤਾਨੀਏ ਵੀ ਬੜੇ ਸਨ। ਲਾਲਾਂ ਵਾਲੇ ਨੂੰ, ਸਖੀ ਸਰਵਰ ਨੂੰ ਮੰਨਣ ਵਾਲੇ, ਜਿਹੜੇ ਧੌਂਕਲ ਦੇ ਪੀਰ ਨੂੰ ਮੰਨਦੇ ਹਨ, ਉਹਦਾ ਰੋਟ ਖਾਂਦੇ ਹਨ। ਹੈਨ ਤਾਂ ਹਿੰਦੂ, ਪਰ ਭਾਈ ਰਤਨ ਸਿੰਘ ਜੀ ਲਿਖਿਆ ਹੈ ਨਾ ਪਿੱਛੇ, ਉਹ ਕਹਿੰਦੇ ਹੁਤੇ ਸਰਵਰੀਏ ਅੱਧੇ ਮੁਸਲਮੇ। ਸਰਵਰੀਏ ਜਿਹੜੇ ਅੱਧੇ ਮੁਸਲਮਾਨ ਕਿਉਂ ਕਿਹਾ? ਨਾ ਹਿੰਦੂਆਂ ਵਾਲੇ ਤੇ ਸਰੀਰ ਹਿੰਦੂਆਂ ਦੇ ਘਰ ਦਾ, ਪਰ ਖਾਣਾ ਤੁਰਕ ਦਾ ਝੂਠਾ। ਭਰਾਈ ਦਾ, ਲਾਲਾਂ ਵਾਲੇ ਦੇ ਪੀਰ ਦਾ ਉੱਥੇ ਝੂਠ ਖਾਣਾ, ਉਹਨਾਂ ਦਾ ਜਿਹੜਾ ਉੱਥੇ ਬੈਠਾ ਹੁੰਦਾ। ਇਸ ਕਰਕੇ ਉਹ ਜਿਹੜੇ ਸੀਗੇ ਉਹ ਸਿੰਘਾਂ ਨਾਲ ਬੜਾ ਵਿਰੋਧ ਰੱਖਦੇ ਸੀਗੇ। ਸਰਕਾਰ ਉਹਨਾਂ ਨੂੰ ਵਰਤਦੀ ਸੀ। ਸਰਕਾਰ ਉਹਨਾਂ ਨੂੰ ਇਉਂ ਵਰਤਦੀ ਸੀ ਵੀ ਇਹ ਜਿਹੜੇ ਸਿੰਘ ਹਨ
ਇਹ ਇਹਨਾਂ ਨੂੰ ਮਰਵਾਉਣ ਵਾਸਤੇ ਇਹ ਜਿਹੜੇ ਬੰਦੇ ਹਨ ਫੜਾਉਣ ਵਾਸਤੇ ਮੁਖਬਰੀ ਕਰਦੇ, CID ਕਰਦੇ। ਉਹ ਜਿਹੜੇ ਸੀਗੇ ਲਾਲਾਂ ਵਾਲੇ ਦੇ ਚੇਲੇ ਸਰਵਰੀਏ, ਉਸ ਕੈ ਹਿੰਦੂ ਕਰੇ ਤੁਰਕਨ ਕਾਮ। ਉਹ ਹੈਣ ਤਾਂ ਹਿੰਦੂ ਸੀ, ਕੰਮ ਤੁਰਕਾਂ ਵਾਲੇ ਕਰਦੇ ਸੀ। ਹਾਲਾਂਕਿ ਸਤਿਗੁਰਾਂ ਨੇ ਤਾਂ ਹਿੰਦੂ ਧਰਮ ਦੀ ਰੱਖਿਆ ਵਾਸਤੇ ਖਾਲਸਾ ਸਾਜਿਆ ਸੀ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ। ਪਰ ਉਹ ਲੋਕ ਸਮਝਦੇ ਨਹੀਂ ਸੀ, ਉਹਨਾਂ ਦੀ ਮੱਤ ਤੇ ਪੜਦਾ ਪਿਆ ਹੋਇਆ ਸੀ। ਉਹ ਆਪਣੇ ਰਾਖਿਆਂ ਨੂੰ ਹੀ ਮਰਵਾਉਣ ਲੱਗੇ ਹੋਏ ਸਨ, ਆਪਣੇ ਭਰਾਵਾਂ ਨੂੰ ਹੀ ਸ਼ਹੀਦ ਕਰਾ ਰਹੇ ਸਨ। ਹੁਣ ਸਾਤਰ ਲਾਏ ਮੁਸਲੇ ਕਲਾਲ। ਉਹਨਾਂ ਨੇ ਕਲਾਲਾਂ ਦੀ ਇੱਕ ਬਰਾਦਰੀ ਹੁੰਦੀ, ਕਲਾਲ, ਜਿਨ੍ਹਾਂ ਵਿੱਚ ਬਾਬਾ ਜੱਸਾ ਸਿੰਘ ਸਾਹਿਬ ਆਹਲੂਵਾਲੀਏ ਵੀ ਕਲਾਲ ਹੀ ਹੋਏ ਹਨ। ਪਰ ਮੁਸਲਮਾਨ ਵੀ ਕਲਾਲ ਹੁੰਦੇ, ਹਿੰਦੂ ਵੀ, ਕਿਉਂਕਿ ਜਿਹੜੀਆਂ ਅੱਜ ਤੁਸੀਂ ਪਾਕਿਸਤਾਨ ਵਿੱਚ ਦੇਖਦੇ ਹੋ ਮੁਸਲਮਾਨ ਦੀਆਂ ਜਾਤੀਆਂ, ਕਸ਼ਮੀਰ ਜੰਮੂ ਦੀਆਂ, ਇੱਥੋਂ ਤੱਕ ਵੀ ਅਫਗਾਨਿਸਤਾਨ ਤੱਕ, ਇਹਨਾਂ ਦੀਆਂ ਜਾਤਾਂ ਸਾਡੇ ਨਾਲ ਰਲਦੀਆਂ ਹਨ। ਤੁਸੀਂ ਜਿੰਨੀਆਂ ਜਾਤਾਂ ਆਪਣੇ ਪੰਜਾਬ ਦੇ ਵਿੱਚ ਹਨ ਆਪਣੀਆਂ, ਉਨੀਆਂ ਹੀ ਪਾਕਿਸਤਾਨ ਜਾ ਕੇ ਦੇਖ ਲਓ। ਕਾਰਨ ਕੀ ਹੈ? ਅੱਧੇ ਮੁਸਲਮਾਨ ਬਣ ਗਏ, ਅੱਧੇ ਹਿੰਦੂ ਰਹਿ ਗਏ। ਤੋ ਕਲਾਲ ਬਰਾਦਰੀ ਹਿੰਦੂਆਂ ਵਿੱਚ ਵੀ ਹੈ, ਮੁਸਲਮਾਨਾਂ ਵਿੱਚ ਵੀ ਹੈ। ਜਿਹੜੀ ਹਿੰਦੂਆਂ ਵਿੱਚ ਹੈ ਉਹਨਾਂ ਚੋਂ ਬਾਬਾ ਜੱਸਾ ਸਿੰਘ ਸਾਹਿਬ ਜੀ ਸੁਲਤਾਨੁਲ ਕੌਮ ਪੈਦਾ ਹੋਏ। ਜਿਹੜੀ ਮੁਸਲਮਾਨਾਂ ਵਿੱਚ ਹੈ ਉਹਨਾਂ ਵਿੱਚ ਇਹ ਮੁਖਬਰ ਪੈਦਾ ਹੋਏ। ਦੇਖੋ ਇੱਕੋ ਹੀ ਬਰਾਦਰੀ ਦੇ ਲੋਕ ਹਨ, ਉਹ ਪੰਥ ਦੇ ਵੈਰੀ ਹਨ, ਉਹ ਪੰਥ ਦੇ ਸੇਵਕ ਹਨ। ਕਲਾਲ ਜਾਤੀ ਹੁੰਦੀ ਹੈ, ਉਹਨਾਂ ਦਾ ਕੰਮ ਹੁੰਦਾ ਸ਼ਰਾਬ ਕੱਢ ਕੇ ਵੇਚਣੀ। ਸੋ ਕਲਾਲ ਮੁਸਲਮਾਨ ਜਿਹੜੇ ਸਨ, ਤੋ ਚਾਕਰ ਹੁਤ ਤੁਰਕਨ ਨਾਲ। ਉਹ ਨੌਕਰੀ ਤੁਰਕਾਂ ਦੀ ਕਰਦੇ ਸਨ ਤੇ ਨਾਲ ਰਲ ਗਏ ਸੁਲਤਾਨੀਏ ਪਿੰਡਾਂ ਦੇ ਬੰਦੇ। ਇਹਨਾਂ ਨੇ ਅੰਦਰ ਗਿਟਮਿਟ ਕੀਤੀ ਵੀ ਆ ਜਿਹੜੇ ਸਿੰਘ ਹਨ ਇਹਨਾਂ ਨੂੰ ਛੇਤੀ ਮਰਵਾ ਦਈਏ। ਇਹ ਮਿਲ ਦੋਇਨ ਮਤੇ ਮਤਾਏ। ਕਲਾਲਾਂ ਨੇ ਤੇ ਸਰਵਰੀਆਂ ਨੇ ਰਲ ਕੇ ਮਤਾ ਕੀਤਾ ਆਪਸ ਵਿੱਚ, ਰੰਧਾਵਨ ਸਿੰਘਨ ਦਇਆ ਮਰਵਾਏ। ਇਹ ਜਿਹੜੇ ਸਿੰਘ ਹਨ ਰੰਧਾਵਿਆਂ ਚੋਂ ਗੱਭਰੂ ਨੌਜਵਾਨ ਬਣੇ, ਇਹਨਾਂ ਨੂੰ ਮਰਵਾ ਦਈਏ। ਇਹ ਆਏ ਅਬ ਹਮਰੇ ਦਾਏ। ਇਹ ਸਾਡੇ ਕਾਬੂ ਆਏ, ਸਾਡੇ ਇਲਾਕੇ ਵਿੱਚ ਫਿਰਦੇ, ਆਪਾਂ ਇਹਨਾਂ ਦੀ ਸੂਹ ਲੈ ਕੇ ਇਹਨਾਂ ਨੂੰ ਮਰਵਾ ਦਈਏ। ਪਹਿਲੋ ਤੁਰਕਨ ਤੇ ਭੂਮ ਲਿਖਵਾਏ। ਕਲਾਲਾਂ ਨੇ ਤੇ ਜਿਹੜੇ ਆ ਸੀਗੇ ਰੰਧਾਵਿਆਂ ਦੇ ਵਿੱਚੋਂ ਸਰਵਰੀਏ, ਦੇਖੋ ਇੱਕੋ ਹੀ ਬਰਾਦਰੀ ਹੈ, ਭਰਾਵਾਂ ਨੂੰ ਭਰਾ ਮਰਾ ਰਹੇ ਹੈ, ਲਾਲਚ ਹੈ। ਸਰਵਰੀਏ ਕਹਿੰਦੇ ਵੀ ਪਹਿਲਾਂ ਆਪਾਂ ਨਾ ਸਰਕਾਰ ਕੋਲੋਂ ਜ਼ਮੀਨ ਦਾ ਪਟਾ ਲਿਖਵਾਈਏ, ਵੀ ਸਾਨੂੰ ਕੀ ਦਿਓਗੇ ਜੇ ਸਿੰਘਾਂ ਨੂੰ ਮਰਵਾ ਦੇਾਂਗੇ। ਸਰਕਾਰ ਜ਼ਮੀਨਾਂ ਦਿੰਦੀ ਸੀ, ਜਾਇਦਾਦਾਂ ਦਿੰਦੀ ਸੀ, ਜ਼ਗੀਰਾਂ ਦਿੰਦੀ ਸੀ, ਜਿਹੜਾ ਸਿੰਘਾਂ ਨੂੰ ਮਰਵਾਵੇ ਮੁਖਬਰੀ ਕਰੇ। ਪਹਿਲੋਂ ਤੁਰਕਨ ਤੇ ਪਟਾ ਲਿਖਵਾਏ, ਪਹਿਲਾਂ ਤੁਰਕਾਂ ਤੋਂ ਆਪਾਂ ਜ਼ਮੀਨ ਦਾ ਪਟਾ ਲਿਖਵਾਈਏ, ਸਾਨੂੰ ਕੋਈ 150 ਕਿੱਲਾ ਸਰਕਾਰ ਦਵੇ, ਫਿਰ ਆਪਾਂ ਸਿੰਘਾਂ ਨੂੰ ਮਰਵਾਵਾਂਗੇ। ਇਹ ਆਏ ਅਬ ਹਮਰੇ ਦਾਏ। ਇਹ ਹੁਣ ਸਾਡੇ ਦਾਅ ਥੱਲੇ ਆਏ, ਮਰਵਾ ਦਈਏ ਸਿੱਖ। ਗਰਭ 6 ਦਿਨ ਦਈਏ ਕਰਵਾਏ। ਇਹ ਸਿੰਘਾਂ ਨੂੰ ਤੇ ਮਰਵਾ ਦਈਏ ਤੇ ਇਹਨਾਂ ਦੇ ਜਿਹੜੇ ਬੱਚੇ ਨੇ ਨਾ ਉਹ ਵੀ ਮਰਵਾ ਦਈਏ, ਕਿਉਂਕਿ ਇਹਨਾਂ ਦੀ ਜਿਹੜੀ ਜ਼ਮੀਨ ਹੈ ਉਹ ਸਾਨੂੰ ਮਿਲਣੀ ਹੈ। ਦੇਖੋ ਬੇਈਮਾਨਾਂ ਤੇ ਲਾਲਚ ਤੇ ਬੰਦੇ ਨੂੰ ਕਿੱਥੋਂ ਤੇ ਗਿਰਾ ਦਿੰਦਾ। ਸਰਕਾਰ ਨੇ ਜ਼ਮੀਨ ਕੋਈ ਅਸਮਾਨ ਤੋਂ ਤਾਂ ਲਿਆ ਕੇ ਨਹੀਂ ਦੇਣੀ, ਉਹੀ ਦੇਣੀ ਹੈ ਜਿਹੜੀ ਸਿੰਘਾਂ ਕੋਲ ਹੈ। ਅੱਜ ਸਿੰਘਾਂ ਦੇ ਹਲ ਵਗਦੇ ਆ, ਅਸੀਂ ਸਿੰਘ ਮਰਵਾ ਦਈਏ ਤੇ ਜ਼ਮੀਨ ਸਾਡੇ ਨਾਲ ਹੋ ਜਾਏਗੀ। ਫਿਰ ਕਿਤੇ ਇਹ ਨਾ ਹੋਵੇ ਵੀ ਕੱਲ ਨੂੰ ਇਹਨਾਂ ਦੇ ਬੱਚੇ ਜਵਾਨ ਹੋ ਕੇ ਦਾਅਵਾ ਕਰ ਦੇਣ ਵੀ ਸਾਡੇ ਬਾਪੂ ਦੀ ਜ਼ਮੀਨ ਸਾਡੀ ਹੈ, ਆਪਾਂ ਬੱਚੇ ਵੀ ਮਰਵਾ ਦਈਏ। ਫਿਰ ਕਹਿੰਦੇ ਵੀ ਜੇ ਕਿਤੇ ਪੇਟ 'ਚ ਬੱਚਾ ਹੋਵੇ ਕਿਸੇ ਸਿੰਘਣੀ ਦੇ, ਉਹ ਨਾ ਜੰਮ ਕੇ ਕਿਤੇ ਦਾਅਵਾ ਕਰ ਦੇਵੇ। ਇਸ ਕਰਕੇ ਕਹਿੰਦੇ ਗਰਭ ਛੇਦ ਇਨ ਦਿਓ ਕਰਵਾਏ, ਪੇਟ ਦੇ ਵਿੱਚ ਬੱਚੇ ਮਾਰ ਦਿਓ। ਇੱਥੋਂ ਤੱਕ ਇਹਨਾਂ ਪਾਪੀਆਂ ਨੇ ਇਹ ਮਤਾ ਕੀਤਾ ਵੀ ਬੱਚੇ ਵੀ ਮਾਰ ਦਿਓ, ਤੇ ਜੇ ਕੋਈ ਜੰਮਣ ਵਾਲਾ ਵੀ ਬੱਚਾ ਸਿੱਖਾਂ ਦਾ ਉਹਨੂੰ ਵੀ ਮਾਰ ਦਿਓ, ਬੀਬੀਆਂ ਨੂੰ ਵੀ ਮਾਰ ਦਿਓ, ਕਹਿਣ ਦਾ ਮਤਲਬ ਸੀ। ਹਾਂਜੀ, ਇਮਹਮ ਪੈ ਬਹੁਤ ਤੁਰ ਖੁਸ਼ ਹੋਏ। ਨਾਲੇ ਸਾਡੇ ਤੇ ਸਰਕਾਰ ਦੀ ਖੁਸ਼ੀ ਹੋਵੇਗੀ, ਨਾਲੇ ਇਹਨਾਂ ਸਿੱਖਾਂ ਦੀ ਜ਼ਮੀਨ ਸਾਡੇ ਨਾਲ ਲੱਗ ਜਾਏਗੀ। ਸਿਰੋ ਪਾਵ ਇਨਾਮ ਚੈ ਪਾਏ ਸੋਏ। ਸਰੋਪੇ ਮਿਲਣਗੇ, ਸਰਕਾਰ ਅਹੁਦੇ ਦੇਵੇਗੀ, ਸਾਡਾ ਸਤਿਕਾਰ ਹੋਵੇਗਾ। ਇਹਨਾਂ ਸਿੱਖਾਂ ਨੂੰ ਆਪਾਂ ਕੀ ਲੈਣਾ? ਇਹ ਮਰ ਜਾਣਗੇ, ਇਹਨਾਂ ਦੇ ਬੱਚੇ ਮਰ ਜਾਣਗੇ, ਜਨਾਨੀਆਂ ਮਾਰ ਦਿਆਂਗੇ,
ਸਾਰਾ ਪਿੰਡ ਖਾਲੀ ਕਰਕੇ ਆਪਾਂ ਮਾਲਕ ਬਣਾਂਗੇ। ਗੁਪਤ ਪਾਪ ਦੋਇਨ ਕਿਨ ਲਿਓ। ਇਦਾਂ ਸਰਵਰੀਆਂ ਨੇ ਜਿਹੜੇ ਹਿੰਦੂ ਸਨ ਤੇ ਜਿਹੜੇ ਸਾਧ ਸੰਗਤ ਜੀ ਕਲਾਲ ਮੁਸਲਮਾਨ ਸਨ, ਇਹਨਾਂ ਨੇ ਰਲ ਕੇ ਗੁਪਤ ਪਾਪ ਆਪਸ ਵਿੱਚ ਇਕੱਠੀ ਕਰ ਲਈ ਵੀ ਆਪਾਂ ਸਿੱਖਾਂ ਦਾ ਬੀਜ ਨਾਸ਼ ਕਰਨਾ ਹੈ, ਖਤਮ ਕਰ ਦੇਣੇ ਆ ਇਹ ਜਿਹੜੇ ਸਿੰਘ ਸਾਡੇ ਇਲਾਕੇ ਵਿੱਚ ਹਨ। ਜਾਏ ਤੁਰਕਨ ਪੈ ਤਿਮਹੀ ਕਹਿਓ। ਇਹਨਾਂ ਦੇ ਜਿਹੜੇ ਮੋਹਰੀ ਬੰਦੇ ਸੀਗੇ, ਲਾਲਚੀ ਲੋਭੀ ਬੰਦੇ, ਉਹਨਾਂ ਨੇ ਇਕੱਠੇ ਹੋ ਕੇ ਸਰਕਾਰ ਕੋਲ ਜਾ ਕੇ ਤੁਰਕਾਂ ਕੋਲ ਇਹ ਗੱਲ ਕਹੀ ਵੀ ਅਸੀਂ ਸਿੱਖਾਂ ਨੂੰ ਮਰਵਾ ਦਿੰਨੇ ਆ, ਪਰ ਸਾਡੇ ਨਾਲ ਵਾਅਦਾ ਕਰੋ ਵੀ ਸਿੱਖਾਂ ਦੀ ਜਿੰਨੀ ਜ਼ਮੀਨ ਹੈ ਉਹ ਸਾਨੂੰ ਮਿਲੇਗੀ। ਜੋਨ ਆਖੀ ਤੁਰਕਨ ਕੋ ਉਨ ਤਿਮਹੀ ਮਨ ਲੀਨਾ। ਇਹ ਤੁਰਕ ਕੀ ਚਾਹੁੰਦੇ ਸੀ? ਉਹ ਚਾਹੁੰਦੇ ਹੀ ਇਹ ਸੀ ਵੀ ਖਤਮ ਹੋ ਜਾਣੇ। ਉਹਨਾਂ ਨੇ ਮੰਨ ਲਈ ਗੱਲ ਵੀ ਜੇ ਤੁਸੀਂ ਸਿੱਖਾਂ ਨੂੰ ਮਾਰ ਦਿਓ ਸਾਨੂੰ ਕੋਈ ਇਤਰਾਜ਼ ਨਹੀਂ, ਬਲਕਿ ਅਸੀਂ ਤਾਂ ਤੁਹਾਨੂੰ ਹੋਰ ਇਨਾਮ ਦੇਵਾਂਗੇ, ਸਿੱਖਾਂ ਦੀ ਜ਼ਮੀਨ ਦਾ ਪਟਾ ਤੁਹਾਡੇ ਨਾਲ ਕਰ ਦਿਆਂਗੇ। ਤੁਸੀਂ ਅੱਜ ਸਿੱਖਾਂ ਦੇ ਹਲ ਵਗਦੇ ਆ, ਕੱਲ ਨੂੰ ਤੁਹਾਡੇ ਵਗਣ ਲੱਗ ਜਾਣਗੇ। ਇਦਾਂ ਦਾ ਤੁਰਕਾਂ ਨੇ ਕਹਿਣਾ ਸਵੀਕਾਰ ਕਰ ਲਿਆ ਇੱਕ ਦੂਜੀ ਦਾ। ਗ੍ਰਾਮ ਨਾਮੋ ਗਰਭ ਛੇਦ 14 ਲਿਖੀ ਜ਼ਮੀਨ। ਇਹ ਸਾਰੇ ਪਿੰਡ ਦੇ ਜਿੰਨੇ ਸਿੱਖ ਨੇ ਮਾਰ ਦਿਓ, ਇਹਨਾਂ ਦੇ ਬੱਚੇ ਮਾਰ ਦਿਓ। ਜੇ ਕਿਸੇ ਸਿੱਖਣੀ ਦੇ ਪੇਟ 'ਚ ਵੀ ਬੱਚਾ ਆਇਆ ਤਾਂ ਉਹਦਾ ਪੇਟ ਚਾਕ ਕਰਕੇ ਬੱਚਾ ਮਾਰ ਦਿਓ, ਖਤਮ ਕਰ ਦਿਓ, ਬੀਜ ਨਾਸ਼ ਕਰ ਦਿਓ ਸਿੱਖਾਂ ਦਾ। ਉਸ ਤੋਂ ਬਾਅਦ ਤੁਹਾਨੂੰ ਇਹ ਸਾਰੀ ਜ਼ਮੀਨ ਤੁਹਾਡੇ ਨਾਂ ਹੋ ਜਾਏਗੀ। ਹੋਰ ਵੀ ਤੁਹਾਨੂੰ ਪਿੰਡਾਂ ਦੇ ਨਾਮ ਜਗੀਰਾਂ ਤੁਹਾਡੇ ਨਾਂ ਕਰ ਦਿਆਂਗੇ। ਹਾਂਜੀ, ਤੁਰਕ ਚੈਤ ਹੁਤ ਥੇ ਯਹੀ ਬਾਤ। ਤੁਰਕ ਤੇ ਹੀ ਚਾਹੁੰਦੇ ਸੀ ਵੀ ਹਿੰਦੂ ਜਿਹੜੇ ਨੇ ਇਹ ਸਿੱਖ ਆਪਸ ਲੜਦੇ ਰਹਿਣ, ਕਿਉਂਕਿ ਸਿੱਖ ਜਿਹੜੇ ਹਿੰਦੂਆਂ ਦੀ ਰਾਖੀ ਕਰਦੇ ਸੀ। ਜਦੋਂ ਹਿੰਦੂ ਹੀ ਸਿੱਖਾਂ ਨੂੰ ਮਾਰਨ ਲੱਗ ਪਏ ਤੇ ਫਿਰ ਸਿੱਖਾਂ ਨੇ ਇਹਦਾ ਆਪੇ ਹੌਸਲਾ ਟੁੱਟ ਜਾਣਾ, ਇਹ ਖਤਮ ਹੋ ਜਾਣਗੇ। ਇਹ ਤੁਰਕਾਂ ਦੀ ਸੋਚ ਸੀਗੀ ਉਸ ਵੇਲੇ। ਹਾਂਜੀ, ਜਿਮ ਕਿਮ ਹੋਏ ਸਿੰਘਨ ਕੋ ਘਾਤ। ਜਿਵੇਂ ਕਿਵੇਂ ਸਿੰਘਾਂ ਦਾ ਹੀ ਘਾਤ ਸਿੰਘਾਂ ਦੇ ਭਰਾਵਾਂ ਕੋਲੋਂ ਹੀ ਕਰਵਾਉਣ ਲੱਗੇ ਆ। ਨੀਤੀ ਹੈ ਉਹ ਕੂਟਨੀਤੀ ਨਾਲ, ਦੇਖੋ ਲਾਲਚ ਦੇ ਕੇ ਭਰਾ ਤੋਂ ਭਰਾ ਮਰਵਾ, ਉਹ ਵੀ ਰੰਧਾਵੇ, ਜਿਹੜੇ ਮਾਰਨ ਵਾਲੇ ਉਹ ਵੀ ਰੰਧਾਵੇ, ਜਿਹੜੇ ਸਿੰਘ ਉਹ ਵੀ ਰੰਧਾਵੇ। ਬਸ ਇੰਨਾ ਵੀ ਉਹ ਸਿੰਘ ਸੱਜ ਗਏ ਆ, ਸਰਕਾਰ ਦੇ ਬਾਗੀ ਹੈ, ਤੇ ਇਹ ਰੰਧਾਵੇ ਲਾਲਾਂ ਵਾਲੇ ਨੂੰ ਮੰਨਦੇ ਆ ਤੇ ਕਹਿੰਦੇ ਵੀ ਅਸੀਂ ਇਹਨਾਂ ਨੂੰ ਮਰਵਾ ਦਿੰਨੇ ਆ। ਹਾਂਜੀ, ਜਿਮ ਜਿਮ ਉਨ ਕੋ ਸਿੰਘ ਦਿਸ ਆਵਤ। ਜਿਵੇਂ ਜਿਵੇਂ ਇਹਨਾਂ ਨੂੰ ਸਿੰਘ ਦਿਸਦੇ, ਜੋ ਚਾਹਤ ਤੁਰਕਣ ਤੇ ਮਨਵਾਵਤ। ਬਸ ਸਿੰਘਾਂ ਦਾ ਮੁੱਲ ਪਵਾ ਲੈਂਦੇ, ਸਰਕਾਰ ਕੋਲੋਂ ਮਨਾ ਲੈਂਦੇ। ਸਰਕਾਰ ਮੰਨ ਜਾਂਦੀ, ਠੀਕ ਹੈ ਮਾਰ ਦਿਓ, ਅਸੀਂ ਤੁਹਾਨੂੰ ਆਹ ਦੇ ਦਿਆਂਗੇ। ਉਹ ਕਹਿੰਦੇ ਸਾਨੂੰ ਇੰਨੀ ਜ਼ਮੀਨ ਚਾਹੀਦੀ, ਸਰਕਾਰ ਕਹਿੰਦੀ ਦੇ ਦਿਆਂਗੇ। ਜੋ ਮਨਾਣਾ ਹੁੰਦਾ ਮਨਾ ਲੈਂਦੇ ਆ ਰੰਧਾਵੇ। ਦੋਹਰਾ ਸਿੰਘਨ ਖਬਰ ਯਹ ਨ ਪਈ ਉਨ ਗਵਾਂਡੀ ਸਿਲ ਕਰਵਾਏ। ਸਿੰਘਾਂ ਵਿਚਾਰਿਆਂ ਨੂੰ ਕਿੱਥੇ ਇੰਨੀ ਫੁਰਸਤ ਸੀ ਕਿ ਉਹਨਾਂ ਨੂੰ ਇਸ ਗੱਲ ਦੀ ਖਬਰ ਮਿਲਦੀ ਕਿ ਸਾਡੇ ਗਵਾਂਢੀ ਹੀ ਸਾਡੇ ਜਾਨ ਦੇ ਵੈਰੀ ਬਣ ਚੱਲੇ, ਸਾਡੇ ਮੁਖਬਰ ਬਣ ਗਏ, ਸਾਡੇ ਕੋਲ ਰਹਿਣ ਵਾਲੇ, ਸਾਡੇ ਗਵਾਂਢ 'ਚ ਰਹਿਣ ਵਾਲੇ, ਸਾਡੇ ਖੂਨ ਦੇ ਪਿਆਸੇ ਬਣ ਗਏ। ਇਹ ਸਾਡੀ ਸਿਲ ਦਾ ਮਤਲਬ ਹੁੰਦਾ CID ਕਰਨੀ, ਪਿੱਛਾ ਕਰਨਾ, ਖੋਜ ਕੱਢਣੀ। ਇਹ ਤੇ ਸਾਡੀ ਸੂਹ ਰੱਖਦੇ ਨੇ, ਸਾਡੀ ਸਰਕਾਰ ਨੂੰ ਸੂਹ ਦਿੰਦੇ ਨੇ। ਉਸੇ ਗਿਰਦ ਛਪ ਦਿਨ ਰਹਿ ਰਾਤੀ ਆਵੇਂ ਗਰਾਏ। ਵਿਚਾਰੇ ਸਿੰਘ ਦਿਨੇ ਦਾ ਲੁਕ ਛਿਪ ਕੇ ਬਾਹਰ ਖੇਤਾਂ 'ਚ ਚਲੇ ਜਾਂਦੇ ਸੀਗੇ ਤੇ 2-4-10 ਮੀਲ ਇੱਧਰ ਉੱਧਰ ਘੋੜਾ ਘੁਮਾਇਆ, ਰਾਤ ਨੂੰ ਵਿਚਾਰੇ ਘਰ ਆਉਂਦੇ ਸੀ। ਕਿਤੇ ਕੋਈ 10 ਵਜੇ, ਕੋਈ 11 ਵਜੇ, ਕੋਈ 12 ਵਜੇ ਪ੍ਰਸ਼ਾਦਾ ਛਕਣ ਆਉਂਦੇ ਸੀ ਘਰਾਂ ਨੂੰ ਸਿੰਘ। ਜਿਸ ਨਿਚ ਦਿਵਸ ਸਿੰਘਨ ਕੋ ਹੋਏ। ਹਾਂਜੀ, ਜਿਸ ਨਿਸ ਦਿਵਸ ਸਿੰਘਨ ਕੋ ਹੋਏ। ਕਹਿੰਦੇ ਜਿਸ ਦਿਨ ਰਾਤ ਨੂੰ ਸਿੰਘ ਇਕੱਠੇ ਹੁੰਦੇ ਸੀਗੇ, ਸਿੰਘ ਹੋਏ ਕਤਰ ਨਿਸ ਤੈ ਸੋਏ। ਉਹ ਰਾਤ ਨੂੰ ਗੁਰਮਤਾ ਕਰਦੇ ਸੀ, ਦਿਨੇ ਤਾਂ ਵਿਚਾਰੇ ਕਮਾਦਾਂ ਵਿੱਚ, ਚਰੀਆਂ ਵਿੱਚ, ਦੂਰ ਖੇਤਾਂ 'ਚ ਜਿੱਥੇ ਕੋਈ ਬੰਦਾ ਨਾ ਜਾਂਦਾ ਹੋਵੇ, ਕੋਈ ਜੰਗਲ ਵਿੱਚ ਸਮਾਂ ਕੱਟਦੇ ਸੀਗੇ। ਤੈ ਦੁਸ਼ਟਨ ਸਿਲ ਸਿੰਘਨ ਕਰਾਈ। ਰਾਤ ਨੂੰ ਜਿੱਥੇ ਉਹ ਇਕੱਠੇ ਹੁੰਦੇ ਸੀਗੇ, ਤੁਰਕਾਂ ਨੇ ਉਹਨਾਂ ਦੀ ਪੂਰੀ ਉਹਨਾਂ ਦੀ ਸੂਹ ਲੈ ਲਈ। ਗੁਆਂਢੀਆਂ ਨੇ ਦੇਤੀ ਕਿ ਉਹ ਜਿਹੜੇ ਲਾਲਚੀ ਬਣ ਗਏ ਸੀ ਵੀ ਇਹਨਾਂ ਦੀ ਜ਼ਮੀਨ ਸਾਨੂੰ ਦਿਓਗੇ, ਅਸੀਂ ਇਹਨਾਂ ਦੇ ਸਾਨੂੰ ਸੂਹ ਦੇਵਾਂਗੇ। ਉਹਨਾਂ ਨੇ ਉਹ ਗੱਭਰੂ ਨੌਜਵਾਨ ਸਿੰਘਾਂ ਦੀ, ਖਾੜਕੂ ਸਿੰਘਾਂ ਦੀ ਖਬਰ ਜਿਹੜੀ ਹੈ ਸਰਕਾਰ ਨੂੰ ਦੇ ਦਿੱਤੀ। ਇੱਕ ਸੁਲਤਾਨੀ ਪਿੰਡੀ ਮਾਹੀ। ਉਹ ਸੁਲਤਾਨੀਏ ਪਿੰਡ ਵਿੱਚ ਹੀ ਰਹਿੰਦੇ ਸੀਗੇ।
ਸੋ ਸੇਲੂ ਉਨ ਰਖਿਓ ਬਣਾਏ। ਉਹਨਾਂ ਵਿੱਚੋਂ ਇੱਕ ਬੜਾ ਸੂਈਆ ਸੀ ਸਰਕਾਰੀ, ਉਹ ਪੱਕਾ ਰੱਖਿਆ ਸੀ ਸੇਲੂ ਬਣਾ ਕੇ, ਸੂਈਆ ਬਣਾ ਕੇ ਵੀ ਇਹ ਤੂੰ ਹਰ ਵੇਲੇ ਦੀ ਨਿਗਾਹ ਰੱਖਣੀ ਹੈ। ਉਹਦਾ ਹਰ ਵੇਲੇ ਬਸ ਜਿਵੇਂ ਕੁੱਤਾ ਸੁੰਘਦਾ ਫਿਰਦਾ ਨਾ, ਉਹ ਸਿੰਘਾਂ ਦੀ ਖਬਰ ਲੈਂਦਾ ਫਿਰਦਾ ਸੀਗਾ ਪਿੱਛੇ ਪਿੱਛੇ। ਸਭੀ ਖਬਰ ਦੈ ਜਟਨ ਪਹੁੰਚਾਏ। ਉਹ ਜਿਹੜਾ ਸੂਈਆ ਸੀਗਾ ਉਹ ਰੰਧਾਵਿਆਂ ਨੂੰ ਤੇ ਕਲਾਲਾਂ ਨੂੰ ਖਬਰ ਦਿੰਦਾ ਸੀ, ਉਹ ਅੱਗੇ ਦਿੰਦੇ ਸੀਗੇ। ਦੇ ਜਟ ਆਗੇ ਤੁਰਕਨ ਕਲਾਏ। ਉਹ ਜਿਹੜਾ ਸੂਈਆ ਫਿਰਦਾ ਸੀ ਉਹ ਜਾ ਕੇ ਜੱਟਾਂ ਨੂੰ, ਚੌਧਰੀਆਂ ਨੂੰ ਖਬਰ ਕਰਦਾ ਸੀ, ਰੰਧਾਵਿਆਂ ਨੂੰ, ਤੇ ਉਹ ਜਿਹੜੇ ਰੰਧਾਵੇ ਜੱਟ ਸੀਗੇ ਉਹ ਤੁਰਕਾਂ ਨੂੰ ਖਬਰ ਕਰਦੇ ਸੀ। ਹਿਮ ਸਿੰਘਨ ਲਈ ਮੌਤ ਤਕਾਏ। ਇਸ ਤਰ੍ਹਾਂ ਖਾਲਸਾ ਜੀ ਉਹਨਾਂ ਸਿੰਘਾਂ ਦਾ ਸਮਾਂ ਆ ਗਿਆ, ਸ਼ਹੀਦੀਆਂ ਦਾ ਸਮਾਂ ਆ ਗਿਆ ਉਹਨਾਂ ਦਾ। ਦੋਹਰਾ ਕਹਿਨੇ ਕੋ ਵੋ ਹੂਤ ਹਿੰਦੂ ਕਮਸੋ ਤੁਰਕ ਕਰਾਏ। ਕਹਿਣ ਨੂੰ ਤੇ ਉਹ ਹਿੰਦੂ ਸੀਗੇ ਪਰ ਕੰਮ ਤੁਰਕਾਂ ਵਾਲੇ ਹੀ ਕਰ ਰਹੇ ਸਨ। ਆਪਣੇ ਭਾਈਆਂ ਨੂੰ, ਆਪਣੀ ਗੋਤ ਬਰਾਦਰੀ ਦੇ ਬੰਦਿਆਂ ਨੂੰ ਹੀ ਮਰਵਾਉਣ ਲਈ ਤਿਆਰ ਹੋਏ ਪਏ ਸਨ। ਹਿੰਦਿਓਂ ਹਿੰਦੂ ਫੜ ਦੇਵੈ ਮਰਵਾਵੇਂ ਸੀਸ ਕਟਵਾਏ। ਔਰ ਆਪਣੇ ਭਰਾਵਾਂ ਨੂੰ ਹੀ, ਜਿਨ੍ਹਾਂ ਦੇ ਚਾਚੇ ਤਾਏ ਲੱਗਦੇ ਸਨ, ਰਿਸ਼ਤੇਦਾਰ ਸ਼ਰੀਕਾ ਹੀ ਸੀਗਾ ਇੱਕ ਤਰ੍ਹਾਂ ਦਾ, ਕਿਸੇ ਦਾ ਦਾਦਿਓਂ ਰਿਸ਼ਤਾ ਪਟਿਆ, ਕਿਸੇ ਦਾ ਅਗਾਂਹ ਇੱਕ ਦੋ ਪੀੜ੍ਹੀਆਂ, ਤੇ ਉਹ ਸ਼ਰੀਕੇ ਵਾਲੇ ਹੀ ਆਪਣੇ ਭਾਈਆਂ ਨੂੰ ਮਰਵਾਉਣ ਦੇ ਲਈ ਇਹ ਮੁਖਬਰੀ ਕਰ ਰਹੇ ਸਨ ਉਸ ਵੇਲੇ। ਚੌਪਈ ਸਿੰਘਨ ਮੌਤ ਹੋਤ ਨੇੜੇ ਆਈ। ਉਹਨਾਂ ਸਿੰਘਾਂ ਦੀ ਮੌਤ ਦਾ ਸਮਾਂ ਨੇੜੇ ਆ ਗਿਆ। ਪਰਮੇਸ਼ਰ ਨੇ ਜੋ ਵਿਧ ਬਣਾਈ ਹੁੰਦੀ ਹੈ, ਹੁੰਦਾ ਤੇ ਉਹੀ ਹੈ। ਇੱਥੇ ਜ਼ੋਰ ਨਹੀਂ ਕਿਸੇ ਦਾ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ ਕਿਸੇ ਦੀ, ਕੋਈ ਸਿਆਣਪ ਨਹੀਂ ਚੱਲਦੀ। ਭਾਣਾ ਜੋ ਪਰਮੇਸ਼ਰ ਦਾ ਵਰਤਣਾ ਹੁੰਦਾ ਉਹ ਵਰਤ ਕੇ ਰਹਿੰਦਾ ਹੈ। ਹਾਂਜੀ, ਸਿੰਘ ਵੜੇ ਕਿਤ ਨਿਸਕਰ ਤਾਈ। ਇੱਕ ਦਿਨ ਰਾਤ ਨੂੰ ਸਿੰਘ ਇਕੱਠੇ ਹੋ ਕੇ ਆਪੋ ਆਪਣੇ ਘਰਾਂ 'ਚ ਆਏ। ਦੁਸ਼ਟ ਸੇਲੂ ਦਈ ਸੇਲ ਪਹੁੰਚਾਏ। ਦੁਸ਼ਟ ਜਿਹੜਾ ਸੂਈਆ ਫਿਰਦਾ ਸੀ ਉਹਨੇ ਸੂਹ ਪਹੁੰਚਾ ਦਿੱਤੀ। ਆਏ ਤੁਰਕਨ ਲਿਓ ਘੇਰੋ ਪਾਏ। ਤੁਰਕਾਂ ਦੀ ਫੌਜ ਕਿਤੇ ਨੇੜੇ ਹੀ ਸੀ। ਉਹਨਾਂ ਨੇ ਆ ਕੇ ਸਿੰਘਾਂ ਦੇ ਘਰਾਂ ਨੂੰ ਰਾਤ ਨੂੰ ਘੇਰਾ ਪਾ ਲਿਆ। ਚਾਰ ਤਰਫ ਤਿੰਨ ਫੌਜ ਖੜਵਾਈ। ਆਲੇ ਦੁਆਲੇ ਪਿੰਡ ਦੇ ਚਾਰੇ ਪਾਸੇ ਫੌਜਾਂ ਹੀ ਫੌਜਾਂ ਤੁਰਕਾਂ ਦੀਆਂ ਹੋ ਗਈਆਂ। ਇੱਕਦਮ ਗਾਰਦਾਂ ਛਾ ਗਈਆਂ। ਤੋਲੋ ਝੱਪ ਦੁਸ਼ਟ ਝਟ ਪੀ ਆਈ। ਔਰ ਸਾਰੇ ਪਾਸੇ ਤੁਰਕਾਂ ਦੀ ਫੌਜ ਵੇਖ ਕੇ ਸਿੰਘਾਂ ਨੂੰ ਗ੍ਰਿਫਤਾਰ ਕਰਨ ਦੀ ਉਹਨਾਂ ਨੇ ਤਿਆਰੀ ਕਰ ਲਈ। ਘੇਰਾ ਕੀਨੋ ਬਹੁਤ ਤੜਕਾਏ। ਔਰ ਜਿਹੜੇ ਰੰਧਾਵੇ ਜੱਟ ਸੀਗੇ ਉਹ ਵੀ ਡਾਂਗਾ ਬਰਛੇ ਲੈ ਕੇ ਸਿੰਘਾਂ ਨੂੰ ਮਾਰਨ ਲਈ ਉਹ ਵੀ ਅੱਗੇ ਹੋ ਕੇ ਲੜਨ ਨੂੰ ਤਿਆਰ। ਜਿਹੜੇ ਕਲਾਲ ਸੀਗੇ ਸ਼ਰਾਬ ਕੱਢਣ ਵਾਲੇ ਮੁਸਲਮਾਨ ਬਣੇ ਹੋਏ ਉਹ ਵੀ ਨਾਲ, ਯਾਨੀ ਕਿ ਸਰਕਾਰ ਦੀ ਫੌਜ ਦੇ ਨਾਲ ਪਿੰਡਾਂ ਦੇ ਇਲਾਕੇ ਦੇ ਲੋਕ ਵੀ ਜੁੜ ਗਏ। ਅੰਦਰੋਂ ਜਾਣੈ ਕੁਤੋਂ ਪਾਏ। ਕਹਿੰਦੇ ਅੰਦਰੋਂ ਕੋਈ ਲੰਘ ਨਾ ਜਾਏ, ਅੰਦਰੋਂ ਜਾਣ ਨਾ ਕੁਤੋਂ ਪਾਏ, ਕਿਧਰੋਂ ਸਿੰਘ ਕੋਈ ਨਿਕਲ ਨਾ ਜਾਏ ਅੰਦਰੋਂ। ਇਹੋ ਜਿਹਾ ਪੱਕਾ ਬੰਦੋਬਸਤ ਕੀਤਾ ਉਹਨਾਂ ਨੇ। ਦੋਹਰਾ ਜਿਮ ਦੁਸ਼ਟ ਸੁਲਤਾਨੀ ਜੱਟ ਕਹੈ ਤਿਪੇ ਤੁਰਕ ਕਮਾਹੇ। ਜਿਵੇਂ ਸੁਲਤਾਨੀਏ ਰੰਧਾਵੇ ਜੱਟ ਕਹਿੰਦੇ ਸੀਗੇ ਉਵੇਂ ਹੀ ਤੁਰਕ ਕਰਦੇ ਸੀ। ਰਲ ਮਿਲ ਦੋਨ ਸਿੰਘ ਕਟੇ ਲਬਿਓ ਸੋ ਛੱਡਿਓ ਨਾਹੇ। ਸੋ ਇਹ ਬੜੀ ਭਾਰੀ ਫੌਜ ਸੀ। ਹੱਲਾ ਬੋਲਤਾ ਸਿੰਘ ਵਿਚਾਰੇ ਘਰਾਂ ਵਿੱਚ, ਕੋਈ ਇੱਕ ਘਰ 'ਚ ਇੱਕ ਸਿੰਘ ਹੁੰਦਾ, ਵੱਧ ਤੋਂ ਵੱਧ ਦੋ ਹੁੰਦੇ ਆ। ਉਹ ਆਪਣੇ ਆਪਣੇ ਘਰਾਂ 'ਚ ਘਿਰ ਗਏ। ਕਿੰਨਾ ਕੁ ਲੜ ਸਕਦੇ, ਇੰਨਾ ਕਿਹੜਾ ਅਸਲਾ ਸੀ ਉਹਨਾਂ ਕੋਲ ਵੀ ਜਿਹੜਾ ਦੂਰੋਂ ਗੋਲੀਆਂ ਚਲਾ ਲੈਂਦੇ। ਕਿਸੇ ਕੋਲ ਬਰਛਾ, ਕਿਸੇ ਕੋਲ ਤਲਵਾਰ। ਉਹ ਘਿਰ ਗਏ ਤੇ ਫਿਰ ਉਹ ਸਾਰੇ ਦੇ ਸਾਰੇ ਸਿੰਘ ਕੈਰੋਂ ਪਿੰਡ ਦੇ ਚਮਿੰਡੇ ਦੇ ਘਰਾਂ ਵਿੱਚ ਹੀ ਮਾਰ ਦਿੱਤੇ ਰਾਤੋਂ ਰਾਤ। 14 ਲੱਭੇ ਉਨ ਵੱਡਣਾ ਕੋ ਪਰਸੇ ਦੀਨੇ ਕਾਟ। ਕਹਿੰਦੇ ਜਿਹੜੇ ਉਹਨਾਂ ਵਿੱਚੋਂ ਲੱਭੇ ਉਹ ਸਿਰ ਵੱਢ ਕੇ ਉਹਨਾਂ ਦੇ ਸਿੰਘਾਂ ਦੇ। ਹੁਣ ਸਿੰਘਨ ਕੀ ਕੁੱਲ ਸਮਝ ਔਰ ਦੀਏ ਕੱਟ ਜਾਟ। ਕਹਿੰਦੇ ਸਿੰਘ ਤੇ ਮਾਰੇ ਹੀ, ਹੋਰ ਵੀ ਜਿਹੜੇ ਆਂਢੀ ਗੁਆਂਢੀ ਵਿਚਾਰੇ ਸੀਗੇ ਨਾ ਉਹਨਾਂ ਨੂੰ ਵੀ ਸਿੰਘਾਂ ਦਾ ਪਰਿਵਾਰ ਸਮਝ ਕੇ ਮਾਰ ਦਿੱਤਾ। ਰਾਤ ਦਾ ਟਾਈਮ ਸੀ, ਇਹ ਨਹੀਂ ਸੋਚਿਆ ਵੀ ਇਹ ਸਿੱਖ ਨੇ ਜਾਂ ਗੈਰ ਸਿੱਖ ਨੇ। ਬਸ ਜਿਹੜਾ ਆਇਆ ਉਹ ਬੀਬੀਆਂ ਵੀ ਵੱਢ ਦਿੱਤੀਆਂ, ਬੱਚੇ ਵੀ ਵੱਢ ਦਿੱਤੇ। ਜੋ ਕੋ ਉਨਕੀ ਦ੍ਰਿਸ਼ਟੀ ਆਇਆ। ਤੁਰਕਾਂ ਦੀ ਤੇ ਰੰਧਾਵਿਆਂ ਦੀ ਜਿਹੜਾ ਵੀ ਦ੍ਰਿਸ਼ਟੀ ਆਇਆ, ਭਾਵ ਸਾਹਮਣੇ ਆਇਆ ਗਲੀ ਬਾਜ਼ਾਰ ਵਿੱਚ, ਕਿਉਂਕਿ ਜਦੋਂ ਇਹੋ ਜਿਹਾ ਸਮਾਂ ਹੁੰਦਾ ਰਾਤ ਨੂੰ ਨੀਂਦ ਕਿਹਨੂੰ ਆਉਂਦੀ ਹੈ, ਤੇ ਵਿਚਾਰੇ ਲੋਕ ਦੌੜ ਦੌੜ ਕੇ ਭੱਜ ਭੱਜ ਕੇ ਆਪਣੀਆਂ ਜਾਨਾਂ ਬਚਾ ਰਹੇ ਸਨ। ਉਹਨਾਂ ਦੁਸ਼ਟਾਂ ਨੇ ਕੋਈ ਦੇਖਿਆ ਨਹੀਂ ਵੀ ਕੋਈ ਸਿੱਖ ਹੈ ਕਿ ਗੈਰ ਸਿੱਖ ਹੈ। ਬੀਬੀਆਂ ਜਾਂ ਬੱਚੇ ਬੁੱਢੇ ਸਭ ਮਾਰ ਦਿੱਤੇ।
ਸੋ ਤੋਂ ਤੇਗਨ ਮਦ ਘਟਾਇਆ। ਤਲਵਾਰਾਂ ਨਾਲ ਕੱਟ ਦਿੱਤੇ। ਸਿੰਘ ਤਾਂ ਚਲੋ ਲੜ ਕੇ ਮਰੇ, ਉਹ ਤਾਂ ਸਿੰਘ ਸੀਗੇ, ਇੱਕ ਇੱਕ ਦੋ ਦੋ ਉਹਨਾਂ ਨੇ ਵੀ ਨਾਲ ਮਾਰੇ ਹੀ ਹੋਣੇ ਆ। ਪਰ ਬਹੁਤੇ ਅੱਗੇ ਕਿੰਨਾ ਚਿਰ ਚੱਲਦਾ ਸੀ ਜ਼ੋਰ। ਸਿੰਘ ਖਿੰਡਵੇਂ ਸਨ, ਆਪਣੇ ਆਪਣੇ ਘਰਾਂ ਵਿੱਚ ਸੀਗੇ, ਕੋਈ ਕਿਸੇ ਘਰ 'ਚ, ਕੋਈ ਕਿਸੇ ਘਰ 'ਚ, ਕੋਈ ਦੋ, ਨਾਲੇ ਇੰਨੇ ਕਿਹੜਾ ਸਿੰਘ ਸੀਗੇ, ਥੋੜੇ ਹੀ ਸੀਗੇ। ਉਹ ਤਾਂ ਮਾਰੇ ਗਏ, ਉਹਨਾਂ ਦੇ ਪਰਿਵਾਰ ਵੀ ਮਾਰ ਦਿੱਤੇ, ਤੇ ਆਂਢੀ ਗੁਆਂਢੀ ਵਿਚਾਰੇ ਕਈ ਉਂਝ ਹੀ ਮਾਰੇ ਗਏ। ਹਾਂਜੀ। ਅਕੈ ਕਿਤੈ ਉਨ ਹੋਊ ਗਇਓ, ਅਕੈ ਕਿਤੈ ਉਨ ਹੋਊ ਗਇਓ। ਕਹਿੰਦੇ ਇਹ ਸੋਚ ਕੇ ਵੀ ਇਹ ਕਿਤੇ ਸਿੰਘ ਗਏ ਹੋਣਗੇ, ਕਈ ਵਿਚਾਰਿਆਂ ਦੇ ਘਰ ਬੰਦੇ ਨਹੀਂ ਸੀਗੇ, ਉਂਝ ਹੀ ਬੀਬੀਆਂ ਗਵਾਂਢੀ। ਅਖੇ ਤੁਹਾਡਾ ਸਿੰਘ ਕਿੱਥੇ? ਕਹਿੰਦੇ ਸਿੰਘ ਨਹੀਂ ਗਏ ਜੀ, ਅਸੀਂ, ਸਾਡਾ ਬੰਦਾ ਤਾਂ ਕਿਤੇ ਉੱਦਾਂ ਕੰਮਕਾਰ ਗਿਆ ਹੋਇਆ। ਕਹਿੰਦੇ ਨਹੀਂ ਨਹੀਂ, ਤੁਸੀਂ ਵੀ ਸਿੰਘ ਹੀ ਹੋ। ਉਹ ਵੀ ਬੀਬੀਆਂ ਮਾਰਤੀਆਂ। ਇਮਕਾਰ ਟੰਡ ਮੂਲ ਉਨ ਹੋਊਗਾ। ਕਹਿੰਦੇ ਉਹਨਾਂ ਦਾ ਹੀ ਟੰਡ ਮੂਲ ਹੈ, ਉਹਨਾਂ ਦਾ ਹੀ ਬਾਲ ਬੱਚਾ ਸਿੱਖਾਂ ਦਾ ਹੀ, ਮਾਰ ਦਿਓ। ਏਦਾਂ ਕਹਿ ਕੇ ਮਾਰਤੇ ਵਿਚਾਰੇ। ਸਿਓ ਇਮੈ ਦੁਖ ਸਿੰਘਨ ਮਜੈਲਨ। ਹੁਣ ਸੁਣ ਲਓ ਬਈ ਕੀ ਹਾਲ ਸੀਗਾ ਉਸ ਵੇਲੇ ਸਾਡਾ। ਏਦਾਂ ਦਾ ਸਿੰਘਾਂ ਮਝੈਲਾਂ ਨੇ ਉਸ ਵੇਲੇ ਕਸ਼ਟ ਸਹਾਇਆ। ਮਾਝੇ 'ਚ ਬਾਹਲਾ ਜ਼ੁਲਮ ਹੋ ਰਿਹਾ ਸੀ ਉਦੋਂ। ਮੁੜ ਜਾਣੇ ਰਾਜ ਪੰਥ ਪਾਇਓ ਹੋ। ਇਹ ਨਹੀਂ ਜਾਣਦੇ ਸੀ ਵੀ ਕਦੀ ਇਹਨਾਂ ਦਾ ਵੀ ਟਾਈਮ ਆਏਗਾ, ਇਹ ਵੀ ਖਾਲਸਾ ਪੰਥ ਬਣੇ, ਰਾਜ ਕਰੇਗਾ। ਹੁਣ ਭਾਈ ਰਤਨ ਸਿੰਘ ਜੀ ਅੰਗਰੇਜ਼ ਨੂੰ ਕਹਿ ਰਹੇ। ਅੰਗਰੇਜ਼ ਨੇ ਪੁੱਛਿਆ ਨਾ, ਸਿੰਘਾਂ ਨੇ ਰਾਜ ਕਿਵੇਂ ਲਿਆ? ਉਹ ਕਹਿੰਦੇ ਇਉਂ ਲਿਆ। ਤੁਸੀਂ ਕਹਿੰਦੇ ਹੋ ਵੀ ਇਹਨਾਂ ਨੇ ਸਾਨੂੰ ਰਾਜ ਦਿੱਤਾ। ਇਹ ਰਾਜ ਦਿੱਤਾ, ਸਾਡੇ ਤੇ ਪੇਟ 'ਚ ਬੱਚੇ ਵੀ ਮਾਰਤੇ, ਸਾਡੀਆਂ ਤਾਂ ਧੀਆਂ ਭੈਣਾਂ ਵੱਢ ਦਿੱਤੀਆਂ ਘਰਾਂ ਵਿੱਚ, ਸਾਨੂੰ ਤੇ ਰਾਤ ਨੂੰ ਨਹੀਂ ਸੀ ਸੌਣ ਦਿੰਦੇ ਘਰ। ਇਹਨਾਂ ਨੇ ਰਾਜ ਦੇਣਾ ਸੀ। ਰਾਜ ਤਾਂ ਸਾਡੀਆਂ ਸ਼ਹੀਦੀਆਂ ਨੇ ਸਾਨੂੰ ਦਿੱਤਾ ਹੈ, ਸਾਡੇ ਡੁੱਲੇ ਖੂਨ ਨੇ ਸਾਨੂੰ ਦਿੱਤਾ ਹੈ। ਹਾਂਜੀ। ਹੁਣ ਸਿਰ ਤੇ ਪਰੈ ਪਤਸ਼ਾਹੀ ਤਕਾਈ। ਉਹਨਾਂ ਸਿੰਘਾਂ ਨੇ ਤਾਂ ਸਿਰ ਤਲੀ ਦੇ ਧਰੇ ਹੋਏ ਸੀ, ਸਿਰ ਤੋਂ ਪਰੇ ਡੇਰਾ ਕੀਤਾ ਹੋਇਆ ਸੀ, ਤੇ ਸਿਰ ਤੋਂ ਪਰੇ ਪਾਤਸ਼ਾਹੀ ਹੁੰਦੀ ਹੈ। ਸਿਰ ਤੋਂ ਪਰੇ ਪਾਤਸ਼ਾਹੀ, ਸ਼ਹੀਦ ਹੋਣ ਦੀ ਤਿਆਰੀ ਹੈ, ਪਾਤਸ਼ਾਹੀ ਹੈ, ਫਿਰ ਕਾਹਦਾ ਡਰ ਹੈ? ਇਹੋ ਜਿਹੇ ਸਿੰਘ ਸਨ ਉਹ। ਹਾਂਜੀ। ਤੋ ਹਨੇ ਹਨੇ ਉਨ ਲੱਭੀ ਪਤਸ਼ਾਹੀ। ਹਨੇ ਹਨੇ ਉਹਨਾਂ ਦਾ ਰਾਜ, ਉਹਨਾਂ ਦੀ ਪਾਤਸ਼ਾਹੀ, ਇਹ ਉਹਨਾਂ ਦਾ ਦਾਈਆ ਸੀ ਕਿ ਸਾਡਾ ਰਾਜ ਹੋਵੇਗਾ। ਜੋ ਕੋ ਪੁੱਛੇ ਉਨ ਸਿੰਘਨ ਕਿਛ ਰਿਓ ਹੁਤੋ ਟਡ ਮੂਲ। ਜੇ ਕੋਈ ਪੁੱਛੇ ਵੀ ਉਹਨਾਂ ਸਿੰਘਾਂ ਦਾ ਕੋਈ ਪਰਿਵਾਰ ਚੋਂ ਬਾਲ ਬੱਚਾ ਨਿੱਕਾ ਮੋਟਾ ਕੋਈ ਬਚਿਆ ਸੀ। ਰਾਜ ਲਭਿਓ ਕੈ ਭੂਮ ਲੱਭੀ ਸੋ ਬਤਾਵੋ ਸੂਲ। ਵੀ ਚਲੋ ਉਹ ਤੇ ਮਰ ਗਏ, ਉਹਨਾਂ ਦਾ ਕੋਈ ਨਿਆਣਾ, ਕੋਈ ਬੱਚਾ ਗਾਂ ਜਿਹੜਾ ਬਚ ਗਿਆ ਹੋਵੇ ਤੇ ਉਹਨੂੰ ਰਾਜ ਮਿਲਿਆ ਹੋਵੇ। ਇਹੀ ਹੁੰਦਾ ਨਾ ਵੀ ਮਾਂ ਪਿਓ ਜੇ ਮਰ ਗਏ ਤੇ ਉਹਦੇ ਬੱਚਿਆਂ ਨੂੰ ਮਿਲਣਾ ਚਾਹੀਦਾ। ਉਹ ਕਿਉਂ ਮਰੇ ਜੇ ਉਹਨਾਂ ਦੇ ਬੱਚਿਆਂ ਨੂੰ ਵੀ ਨਾਲ ਮਾਰਤਾ? ਇਹ ਕੋਈ ਸਵਾਲ ਕਰੇ ਤਾਂ। ਬਚਿਓ ਏਕ ਸਾਹਿਬ ਸਿੰਘ ਨਾਮ। ਤਾਂ ਕਹਿੰਦੇ ਉਹਨਾਂ ਵਿੱਚੋਂ ਨਾ ਇੱਕ ਬੱਚਾ ਬਚ ਗਿਆ। ਕੁਦਰਤੀ ਖੇੜਾ, ਸਾਰੇ ਮਾਰੇ ਗਏ। ਚਮਿੰਡੇ ਪਿੰਡ ਦੇ, ਕੈਰੋਂ ਪਿੰਡ ਦੇ, ਉਹ ਸਾਰੇ ਮਾਰੇ ਗਏ। ਇੱਕ ਬੱਚਾ ਪਤਾ ਨਹੀਂ ਕੁਦਰਤ ਕਿਹੜੇ ਭਾਣੇ 'ਚ ਪਰਮੇਸ਼ਰ ਦੇ ਕਿਵੇਂ ਬਚ ਗਿਆ। ਕਿਤ ਗਏ ਹੁਤੋ ਥੋ ਔਰ ਗ੍ਰਾਮ। ਉਹਦਾ ਨਾਂ ਸੀ ਸਾਹਿਬ ਸਿੰਘ। ਉਹ ਕਹਿੰਦੇ ਪਤਾ ਨਹੀਂ ਕਿਸੇ ਹੋਰ ਪਿੰਡ ਗਿਆ ਹੋਇਆ ਸੀ, ਜਾਂ ਕਿਤੇ ਕਿਸੇ ਨੇ ਲੁਕਾ ਲਿਆ ਉਹ ਬੱਚਾ। ਜਿਵੇਂ ਵੀ ਸਮਝ ਲਓ, ਪਰਮੇਸ਼ਰ ਦੀ ਖੇਡ ਹੈ, ਸਾਹਿਬ ਸਿੰਘ ਬਚ ਗਿਆ। ਸ੍ਰੀ ਅੰਮ੍ਰਿਤਸਰ ਕੀ ਲੱਭੀ ਉਨਕਾਰ। ਬਾਅਦ ਵਿੱਚ ਉਹ ਲੜਕਾ ਜਵਾਨ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਦਾ ਅਰਦਾਸੀਆ ਬਣਿਆ। ਪੈ ਅਰਦਾਸੀਏ ਸੱਚੇ ਦਰਬਾਰ। ਉਸ ਨਗਰ ਦੇ ਉਹਨਾਂ ਸ਼ਹੀਦਾਂ ਦੇ ਪਰਿਵਾਰ ਚੋਂ ਸਾਹਿਬ ਸਿੰਘ ਅਰਦਾਸੀਆ ਹੋਇਆ ਹੈ, ਜਿਹੜਾ ਦਰਬਾਰ ਸਾਹਿਬ ਹਰਿਮੰਦਰ ਜੀ ਅਰਦਾਸ ਕਰਿਆ ਕਰਦਾ ਸੀ। ਉਨ ਇਜੈ ਵਿਜੈ ਕੀ ਪਦਵੀ ਪਾਈ। ਇਜੈ ਵਿਜੈ ਕੀ ਪਦਵੀ, ਜਿਵੇਂ ਕਹਿੰਦੇ ਹਨ ਜੈ ਵਿਜੈ ਦੋ ਭਗਵਾਨ ਦੇ ਪਾਰਸ਼ਦ ਹਨ ਬੂਹੇ ਤੇ ਖਲੋਣ ਵਾਲੇ। ਸਾਹਿਬ ਸਿੰਘ ਇਦਾਂ ਸ੍ਰੀ ਹਰਿਮੰਦਰ ਸਾਹਿਬ ਖਲੋ ਕੇ ਅਰਦਾਸਾ ਕਰਦਾ ਸੀ। ਦੇਖੋ ਉਹਨਾਂ ਨੂੰ ਰਾਜ ਮਿਲ ਗਿਆ ਕਿ ਨਹੀਂ ਮਿਲਿਆ? ਇਸ ਤੋਂ ਵੱਡੀ ਕੀ ਪਦਵੀ ਹੋਣੀ ਹੈ? ਸ਼ਹੀਦਾਂ ਸਿੰਘਾਂ ਦੇ ਪਰਿਵਾਰ ਵਿੱਚੋਂ ਸ੍ਰੀ ਦਰਬਾਰ ਸਾਹਿਬ ਦਾ ਅਰਦਾਸੀਆ ਹੋਇਆ, ਉਹਨਾਂ ਸਿੰਘਾਂ ਨੂੰ ਜਿਹੜੇ ਚਮਿੰਡੇ ਦੇ ਰੰਧਾਵਿਆਂ ਵਿੱਚੋਂ ਸ਼ਹੀਦ ਹੋਏ ਸਨ। ਸਾਹੇ ਪਤਸ਼ਾਹੇ ਉਨ ਚਰਨ ਸੁਹਾਈ। ਕਿਉਂਕਿ ਗੁਰੂ ਰਾਮਦਾਸ ਦਾ ਦਰਬਾਰ ਤਾਂ ਪਾਤਸ਼ਾਹ ਦੇ ਪਾਤਸ਼ਾਹ ਦਾ ਦਰਬਾਰ ਹੈ, ਜਿੱਥੇ ਸ਼ਾਹ ਪਾਤਸ਼ਾਹ ਰਾਜੇ ਮਹਾਰਾਜੇ ਚਰਨ ਚੁੰਮਦੇ ਹਨ। ਹੁਣ ਪੈ ਕਿਰਪਾ ਇਮ ਸ੍ਰੀ ਗੁਰ ਪਈ। ਇਸ ਤਰ੍ਹਾਂ ਉਹਨਾਂ ਤੇ ਗੁਰੂ ਦੀ ਕਿਰਪਾ ਹੋਈ ਸ਼ਹੀਦਾਂ ਸਿੰਘਾਂ ਦੇ। ਉਨ ਰਾਜ ਭੂਮੋ ਅਧਿਕਾਈ ਲਈ। ਬਲਕਿ ਉਹਨਾਂ ਦਾ ਤਾਂ ਰਾਜ ਭਾਈ ਵੱਡਾ ਹੋ ਗਿਆ। ਇੱਕ ਬੱਚਾ ਬਚਿਆ ਜਿਹਨੂੰ ਮਹਾਰਾਜ ਗੁਰੂ ਰਾਮਦਾਸ ਦੇ ਦਰਬਾਰ ਦਾ ਅਰਦਾਸੀਆ ਹੋਣ ਦਾ ਮਾਣ ਪ੍ਰਾਪਤ ਹੋਇਆ, ਔਰ ਸਮਝੋ ਵੱਡੀ ਪਾਤਸ਼ਾਹੀ ਮਿਲ ਗਈ। ਦੋਹਰਾ
ਹਾਂਜੀ। ਪੁਨ ਪੁੱਤ ਪੋਤਰੇ ਬਹੁ ਪੈ ਲੀ ਲੂੰਪੀ ਆਪਨ ਛੁਡਵਾਏ। ਫਿਰ ਉਹ ਸਾਹਿਬ ਸਿੰਘ ਦਾ ਪਰਿਵਾਰ ਬੜਾ ਵਧਿਆ, ਪੁੱਤਰ ਪੋਤਰੇ ਬਹੁਤ ਹੋ ਗਏ। ਜਦੋਂ ਸਿੰਘਾਂ ਦੀਆਂ ਮਿਸਲਾਂ ਬਣੀਆਂ, ਉਹਨਾਂ ਗੱਭਰੂ ਨੌਜਵਾਨਾਂ ਨੇ ਆਪਣੇ ਦਾਦਿਆਂ ਪੜਦਾਦਿਆਂ ਦੀਆਂ ਜ਼ਮੀਨਾਂ ਤੁਰਕਾਂ ਕੋਲੋਂ ਫੇਰ ਖੋਹ ਲਈਆਂ। ਉਹ ਜਿਹੜੇ ਰੰਧਾਵੇ ਲੈ ਗਏ ਸੀ ਨਾ ਜ਼ਮੀਨ ਲਿਖਵਾ ਕੇ ਸਰਕਾਰ ਕੋਲੋਂ, ਤੇ ਕਲਾਲ ਉਹ ਸਾਰੀ ਤੇਗ ਦੀ ਨੋਕ ਨਾਲ ਉਹਨਾਂ ਭੁਜੰਗੀਆਂ ਨੇ, ਸੂਰਬੀਰਾਂ ਨੇ ਫੇਰ ਆਪਣੀ ਜ਼ਮੀਨ ਖੋਹ ਕੇ ਫੇਰ ਸ਼ਹੀਦਾਂ ਦੇ ਪਰਿਵਾਰਾਂ ਦਾ ਹੀ ਹਲ ਵਗਿਆ ਉੱਥੇ। ਉਹ ਜਿਹੜੇ ਦੁਸ਼ਟ ਸੀਗੇ ਸਾਰੇ ਸੋਧ ਦਿੱਤੇ ਖਾਲਸੇ ਨੇ, ਪਰ ਸਮਾਂ ਲੱਗਾ। ਜਿਨ੍ਹਾਂ ਨੇ ਬੱਚੇ ਵੀ ਮਾਰ ਦਿੱਤੇ ਸੀ ਪੇਟ ਵਿੱਚ, ਉਹਨਾਂ ਨੂੰ ਫਿਰ ਆਪਣੀਆਂ ਕਰਨੀਆਂ ਦਾ ਫਲ ਦੇਣਾ ਆ ਗਿਆ। ਹਾਂਜੀ। ਬਦਲੇ ਲੈ ਦੁਸ਼ਮਨੋਂ ਤੇ ਖਾਲਸੇ ਕੇ ਬਲ ਪਾਏ। ਬਦਲੇ ਲਏ ਖਾਲਸੇ ਦੇ ਬਲ ਨਾਲ ਸਿੰਘਾਂ ਨੇ, ਜਦੋਂ ਬਾਅਦ ਵਿੱਚ ਰਾਜ ਹੋਇਆ ਖਾਲਸੇ ਦਾ ਮਿਸਲਾਂ ਦਾ। ਦੋਹਰਾ ਸਾਖੀ ਆਦ ਨਿਬਾਬ ਕੀ ਕਪੂਰ ਸਿੰਘ ਜੇ ਨਾਮ। ਸਾਧ ਸੰਗਤ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਕ ਪੰਥ ਦੇ ਮਹਾਨ ਜਰਨੈਲ ਹੋਏ ਹੈ ਜਥੇਦਾਰ ਨਵਾਬ ਕਪੂਰ ਸਿੰਘ ਸਾਹਿਬ ਜੀ। ਉਹਨਾਂ ਦੀਆਂ ਕੁਝ ਮੁੱਢਲੀਆਂ ਗੱਲਾਂ ਉਹ ਭਾਈ ਰਤਨ ਸਿੰਘ ਜੀ ਦੱਸਣਾ ਚਾਹੁੰਦੇ ਹੈ। ਹਾਂਜੀ। ਤੁਰਕਣ ਤੇ ਨਵਾਬੀ ਲਈ ਕਰ ਸੂਰੇ ਪੂਰੇ ਕਾਮ। ਇਹ ਬੜਾ ਹੀ ਸੂਰਬੀਰ ਯੋਧਾ ਹੋਇਆ ਹੈ। ਇਹਨੂੰ ਨਵਾਬੀ ਮਿਲੀ ਹੈ, ਤੁਰਕਾਂ ਤੋਂ ਨਵਾਬੀ ਲਈ ਹੈ ਜ਼ਕਰੀਆ ਖਾਂ ਤੋਂ। ਅਬ ਮੈਂ ਲਿਖੋ ਕਪੂਰ ਸਿੰਘ ਸਾਖੀ। ਹੁਣ ਮੈਂ ਕਪੂਰ ਸਿੰਘ ਦੀ ਸਾਖੀ ਲਿਖਦਾ ਹਾਂ। ਰਤਨ ਸਿੰਘ ਜੀ ਕਹਿੰਦੇ ਨੇ, ਬਿਰਧ ਪੁਰਸ਼ਨ ਜਿਮ ਹਮਸੋ ਆਖੀ। ਜੋ ਬਿਰਧ ਪੁਰਸ਼ਾਂ ਨੇ, ਵੱਡੇ ਬਜ਼ੁਰਗ ਸਿੰਘਾਂ ਨੇ ਮੈਨੂੰ ਸੁਣਾਈ ਹੈ, ਜੋ ਉਹਨਾਂ ਨੇ ਆਪਣੇ ਅੱਖਾਂ ਨਾਲ ਵੇਖਿਆ ਬਾਬੇ ਕਪੂਰ ਸਿੰਘ ਦਾ ਸਮਾਂ, ਉਹ ਦੱਸਦਾ ਹਾਂ। ਜਬ ਬੰਦੇ ਤੁਰਕਨ ਲੀਏ ਜੀਤਾ। ਜਦੋਂ ਬਾਬੇ ਬੰਦੇ ਨੇ ਤੁਰਕਾਂ ਨੂੰ ਜਿੱਤ ਲਿਆ ਤੇ ਬਹੁਤ ਸਾਰਾ ਰਾਜ ਕੀਤਾ, ਉਸ ਤੋਂ ਬਾਅਦ ਤੁਰਕਾਂ ਨੇ ਬੰਦੇ ਨੂੰ ਜਿੱਤ ਲਿਆ। ਪਇਓ ਖਾਲਸੇ ਸਯੋਂ ਵਿਪਰੀਤ। ਕਿਉਂਕਿ ਬੰਦਾ ਖਾਲਸੇ ਨਾਲ ਵਿਪਰੀਤ ਹੋ ਗਿਆ, ਥੋੜਾ ਜਿਹਾ ਵਿਰੋਧ ਹੋ ਗਿਆ। ਬੰਦਈ ਖਾਲਸਾ ਤੇ ਤਤ ਖਾਲਸਾ ਦੋ ਧੜੇ ਬਣ ਗਏ। ਪਇਓ ਨਾਸੁਸ ਨੇੜੇ ਆਵਣ। ਬਾਬੇ ਬੰਦੇ ਦੀ ਸ਼ਹੀਦੀ ਦਾ ਸਮਾਂ ਨੇੜੇ ਆ ਰਿਹਾ ਸੀ, ਭਾਣਾ ਹੀ ਏਦਾਂ ਵਰਤਣਾ ਸੀ। ਸਿੰਘਨ ਕੋ ਸੋ ਚਹਿ ਮਰਵਾਵਣ। ਬੰਦਈਆਂ ਦਾ ਤੇ ਸਿੰਘਾਂ ਦਾ ਇੰਨਾ ਵਿਰੋਧ ਹੋ ਗਿਆ, ਇੱਕ ਦੂਜੀ ਦੇ ਜਾਨ ਦੇ ਵੈਰੀ ਬਣਾ ਦਿੱਤੇ। ਸਮਝ ਖਾਲਸੋ ਉਸ ਤੇ ਪਇਓ ਦੂਰ। ਬਾਬਾ ਵਿਨੋਦ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਕਾਹਨ ਸਿੰਘ ਜੀ, ਇਹ ਸਾਰੇ ਸਿੰਘ ਬੰਦੇ ਤੋਂ ਦੂਰ ਹੋ ਗਏ। ਆਏ ਬਹਿ ਗੁਰ ਚੱਕ ਹਜੂਰ। ਇਹ ਬੰਦੇ ਤੋਂ ਵੱਖਰੇ ਹੋ ਕੇ ਗੜੀ ਗੁਰਦਾਸ ਦੀ ਚੋਂ ਨਿਕਲ ਆਏ ਤੇ ਕਿੱਥੇ ਆ ਗਏ? ਸ੍ਰੀ ਅੰਮ੍ਰਿਤਸਰ ਆ ਕੇ ਬੈਠ ਗਏ। ਯਹੀ ਬਾਤ ਮੁਗਲਨ ਸੁਣ ਪਾਈ। ਜਦੋਂ ਮੁਗਲਾਂ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਸਿੰਘਾਂ ਚ ਦੋ ਫਾੜ ਹੋ ਗਿਆ, ਪੰਥ ਦੋ ਹਿੱਸਿਆਂ 'ਚ ਵੰਡਿਆ ਗਿਆ, ਮੁਗਲਨ ਚਿੱਤ ਵਧਾਈ ਪਈ। ਮੁਗਲਾਂ ਨੂੰ ਤਾਂ ਵਧਾਈਆਂ ਹੋ ਗਈਆਂ, ਖੁਸ਼ੀਆਂ ਹੋ ਗਈਆਂ। ਉਹ ਇਹ ਚਾਹੁੰਦੇ ਸੀ ਵੀ ਸਿੰਘ ਫੁੱਟ ਜਾਣ, ਆਪਸ ਵਿੱਚ ਤਾਕਤ ਘਟ ਜਾਵੇ। ਚਾਉ ਤੂੰ ਤੋ ਸਿੰਘਾਂ ਤੁੜਵਾਇਓ। ਉਹ ਆਪ ਚਾਹੁੰਦੇ ਸੀ ਵੀ ਸਿੰਘਾਂ 'ਚ ਤੋੜ ਵਿਛੋੜਾ ਹੋ ਜਾਵੇ, ਫੁੱਟ ਪੈ ਜਾਵੇ ਪੰਥ ਵਿੱਚ। ਭੇਜੇ ਵਕੀਲ ਔ ਦਰਬ ਕਲਾਇਓ। ਉਹਨਾਂ ਨੇ, ਤੁਰਕਾਂ ਨੇ ਬੜੀ ਚਾਲ ਨਾਲ ਉਸ ਮੌਕੇ ਨੂੰ ਸਾਂਭਿਆ। ਉਹਨਾਂ ਨੇ ਆਪਣੇ ਵਕੀਲ ਬਹੁਤ ਸਾਰੀ ਮਾਇਆ ਦੇ ਕੇ ਭੇਜੇ। ਲੇਟ ਪੇਟ ਸਿੰਘਨ ਕੀ ਕਰੈ। ਬਾਬਾ ਵਿਨੋਦ ਸਿੰਘ ਜੀ ਦੇ ਆ ਪੈਰੀ ਪਏ, ਬੜੀ ਲੇਟ ਪੇਟ ਕੀਤੀ। ਬਾਬਾ ਜੀ ਤੁਸੀਂ ਤਾਂ ਮਹਾਂਪੁਰਸ਼ ਹੋ, ਗੁਰੂ ਅੰਗਦ ਦੇਵ ਜੀ ਦੀ ਔਲਾਦ ਹੋ, ਤੁਸੀਂ 9ਵੀਂ ਪੀੜ੍ਹੀ ਸਨ ਬਾਬਾ ਵਿਨੋਦ ਸਿੰਘ ਜੀ, ਤੇ ਬੜੀ ਲੇਟ ਪੇਟ ਦਾ ਮਤਲਬ ਵੀ ਪੋਚਾ ਪਾਚੀ ਤੁਰਕਾਂ ਨੇ ਕੀਤੀ। ਜੋ ਸਿੰਘ ਮੰਗੇ ਲਈਏ ਆਗੇ ਧਰੇ। ਬਾਬਾ ਜੀ ਦੱਸੋ ਸੇਵਾ ਕੀ ਚਾਹੀਦੀ ਹੈ? ਜੋ ਤੁਸੀਂ ਮੰਗੋਗੇ ਹਾਜ਼ਰ ਕਰਾਂਗੇ। ਕਸਮ ਕੁਰਾਨ ਬਹੁ ਬਾਰ ਉਠਾਵ ਹੈ। ਕੁਰਾਨ ਦੀ ਕਸਮ, ਅਸੀਂ ਤੁਹਾਡੇ ਤੋਂ ਕਦੀ ਮੁਨੱਕਰ ਨਹੀਂ ਹੋਵਾਂਗੇ। ਜੋ ਤੁਸੀਂ ਕਹੋਗੇ ਨਾ ਸਿੰਘੋ, ਉਹੀ ਤੁਹਾਨੂੰ ਹਾਜ਼ਰ ਕਰ ਦਿਆਂਗੇ। ਤੁਸੀਂ ਬੰਦੇ ਤੋਂ ਕੀ ਲੈਣਾ? ਤੁਸੀਂ ਸਾਨੂੰ ਦੱਸੋ ਸੇਵਾ ਕੀ ਹੈ? ਗੁਰ ਚੱਕ ਹਮ ਕਦੇ ਪੈਰ ਨਾ ਪਾਵ ਹੈ। ਸ੍ਰੀ ਗੁਰੂ ਰਾਮਦਾਸ ਦਾ ਦਰਬਾਰ ਹੈ ਅੰਮ੍ਰਿਤਸਰ, ਅਸੀਂ ਇਹਦਾ ਸਤਿਕਾਰ ਕਰਦੇ ਹਾਂ। ਅਸੀਂ ਭੁੱਲ ਕੇ ਵੀ ਇੱਥੇ ਬੇਅਦਬੀ ਦੇ ਨਿਗਾਹ ਨਾਲ ਪੈਰ ਨਹੀਂ ਪਾਵਾਂਗੇ। ਤੁਰਕ ਕਸਮਾਂ ਖਾਂਦੇ ਨੇ। ਬਿਸ਼ਕ ਲਿਓ ਤੁਮ ਮੇਲੋ ਲਾਏ। ਤੁਸੀਂ ਬੇਸ਼ੱਕ ਇੱਥੇ ਮੇਲਾ ਲਾਇਆ ਕਰੋ, ਦੀਵਾਲੀ ਦਾ ਮੇਲਾ ਲਾ ਲਿਆ ਕਰੋ, ਵਿਸਾਖੀ ਦਾ ਮੇਲਾ ਲਾਇਆ ਕਰੋ, ਗੁਰਪੁਰਬ ਮਨਾਇਆ ਕਰੋ ਧੂਮ ਧਾਮ ਨਾਲ। ਅੰਮ੍ਰਿਤਸਰ ਤੁਹਾਡਾ
ਤੁਸੀਂ ਇੱਥੇ ਜੋ ਵੀ ਸੇਵਾ ਸਾਨੂੰ ਕਹੋਗੇ ਨਾ ਅਸੀਂ ਸਰਕਾਰੀ ਖਜ਼ਾਨੇ ਚੋਂ ਕਰਾਂਗੇ। ਨਨਕਾਣੇ ਔਰ ਰੋੜੀ ਜਾਏ। ਨਨਕਾਣਾ ਸਾਹਿਬ ਮੇਲਾ ਲਾਣਾ ਤੇ ਉੱਥੇ ਵੀ ਲਾਓ ਤੁਸੀਂ, ਉੱਥੇ ਵੀ ਤੁਹਾਨੂੰ ਅਸੀਂ ਪੂਰਾ ਖਰਚਾ ਦੇਵਾਂਗੇ ਨਨਕਾਣਾ ਸਾਹਿਬ ਮੇਲਾ ਲਾਣ ਦਾ। ਰੋੜੀ ਸਾਹਿਬ ਐਮਨਾਬਾਦ ਵਿੱਚ ਹੈ, ਜਿੱਥੇ ਭਾਈ ਲਾਲੋ ਤਰਖਾਣ ਦੇ ਕੋਲ ਗੁਰੂ ਨਾਨਕ ਦੇਵ ਜੀ ਮਹਾਰਾਜ ਰਹੇ ਨੇ। ਉਹ ਰੋੜੀ ਸਾਹਿਬ ਵੀ ਗੁਰਦੁਆਰਾ ਬੜਾ ਪੁਰਾਣਾ ਬਣਿਆ, ਉੱਥੇ ਤੁਸੀਂ ਮੇਲਾ ਲਾ ਲਓ। ਜਿੱਥੇ ਤੁਸੀਂ ਮੇਲਾ ਲਾਣਾ ਚਾਹੁੰਦੇ ਹੋ, ਤਰਨਤਾਰਨ ਲਾਣਾ ਚਾਹੁੰਦੇ ਹੋ, ਅੰਮ੍ਰਿਤਸਰ ਲਾਣਾ ਚਾਹੁੰਦੇ ਹੋ, ਜਾਂ ਨਨਕਾਣੇ ਸਾਹਿਬ ਲਾਣਾ ਚਾਹੁੰਦੇ ਹੋ, ਤੁਹਾਨੂੰ ਅਸੀਂ ਪੂਰੀ ਹਰ ਤਰ੍ਹਾਂ ਦੀ ਮਦਦ ਦੇਵਾਂਗੇ। ਬੜੇ ਡੇਰੇ ਔਰ ਖੰਡੂਰ ਗੁਰਥਾਲ। ਉਹ ਵੱਡਾ ਡੇਰਾ ਹੈ, ਡੇਰਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਡੇਰਾ, ਬਾਬਾ ਨਾਨਕ, ਉਹਨੂੰ ਵੱਡਾ ਡੇਰਾ ਕਹਿੰਦੇ ਕਿਉਂਕਿ ਮਹਾਰਾਜ ਪਹਿਲੇ ਪਾਤਸ਼ਾਹ ਦਾ ਉਹ ਅੰਗੀਠਾ ਹੈ। ਉੱਥੇ ਮੇਲਾ ਲਾਣਾ, ਉੱਥੇ ਕਰਤਾਰਪੁਰ ਲਾ ਲਓ ਜਾ ਕੇ। ਜੇ ਖੰਡੂਰ ਸਾਹਿਬ ਮੇਲਾ ਲਾਣਾ ਤੇ ਅਸੀਂ ਖੰਡੂਰ ਸਾਹਿਬ ਦੇ ਮੇਲੇ 'ਚ ਵੀ ਤੁਹਾਡੀ ਮਦਦ ਕਰਾਂਗੇ। ਤਰਨ ਤਾਰਨ ਗੁਰ ਔਰ ਮਕਾਨ। ਤਰਨ ਤਾਰਨ ਮੇਲਾ ਲਾਣਾ, ਤਰਨ ਤਾਰਨ ਲਾਓ। ਗੋਇੰਦਵਾਲ ਮੇਲਾ ਲਾਣਾ, ਗੋਇੰਦਵਾਲ ਮੇਲਾ ਲਾਓ। ਜਿੰਨੇ ਗੁਰਦੁਆਰੇ ਨੇ ਉੱਥੇ ਤੁਸੀਂ ਆਰਾਮ ਨਾਲ ਆ ਜਾ ਸਕਦੇ ਹੋ, ਮੇਲਾ ਲਾ ਸਕਦੇ ਹੋ। ਉੱਥੇ ਆਪਣੇ ਜਥੇਦਾਰ ਸਿੰਘ ਤੁਸੀਂ ਬਿਠਾ ਸਕਦੇ ਹੋ। ਅਸੀਂ ਤਾਂ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਖੜੀ ਕਰਾਂਗੇ, ਬਲਕਿ ਅਸੀਂ ਤੁਹਾਡੇ ਭਰਾ ਆ ਤੇ ਗੁਰੂ ਰਾਮਦਾਸ ਸਾਡੇ ਗੁਰੂ ਨੇ। ਦੇਖੋ ਸਰਕਾਰੀ ਬੰਦਿਆਂ ਦੀ ਬੋਲੀ ਮਿੰਟ 'ਚ ਬਦਲ ਜਾਂਦੀ ਹੈ। ਅਸੀਂ ਵੀ ਗੁਰੂ ਨੂੰ ਮੰਨਦੇ ਹਾਂ। ਅਸੀਂ ਪੀਰ ਨਾਨਕ ਸਾਡਾ ਪੀਰ ਸੀ, ਅਸੀਂ ਉਹਨਾਂ ਦੇ ਮੁਰੀਦ ਆ। ਸਾਨੂੰ ਤਾਂ ਭਰਾਵਾਂ ਦੀ ਤਰ੍ਹਾਂ ਰੱਖੋ ਤੇ ਅਸੀਂ ਤੁਹਾਡੇ ਨਾਲ ਰਲ ਕੇ ਰਵਾਂਗੇ। ਦੋਹਰਾ ਮੇਲਾ ਲਾਵੋ ਬੇਸ਼ੱਕ ਜੈ ਜੈ ਹੋਏ ਗੁਰ ਠੌਰ। ਬੇਸ਼ੱਕ ਮੇਲਾ ਲਾਓ। ਜਿੱਥੇ ਗੁਰਦੁਆਰੇ ਨੇ, ਤਰਨਤਾਰਨ ਹੈ, ਗੋਂਦਵਾਲ ਸਾਹਿਬ ਹੈ, ਖੰਡੂਰ ਸਾਹਿਬ ਹੈ, ਅੰਮ੍ਰਿਤਸਰ ਹੈ, ਪੰਜਾ ਸਾਹਿਬ ਹੈ, ਨਨਕਾਣਾ ਸਾਹਿਬ ਹੈ, ਡੇਰਾ ਬਾਬਾ ਨਾਨਕ ਹੈ, ਉਹ ਜਿੱਥੇ ਤੁਸੀਂ ਜੀ ਕਰੇ ਭਾਈ ਮੇਲਾ ਲਾਓ। ਮਾਫੀ ਕਰੇ ਮਸੂਲ ਹਮ ਔਰ ਘਰੋਂ ਕਰੇ ਔਰ ਗੌਰ। ਔਰ ਅਸੀਂ ਤੁਹਾਨੂੰ ਜ਼ਮੀਨਾਂ ਦੇ ਪਟੇ ਜਿਹੜੇ ਨੇ ਉਹਦੀ ਤੋਂ ਗੁਰਦੁਆਰਿਆਂ ਦੇ ਟੈਕਸ ਨਹੀਂ ਲਾਵਾਂਗੇ, ਸਾਰੀ ਮਾਫ ਹੈ ਟੈਕਸ। ਜਿੰਨਾ ਆਮਦਨ ਹੋਏਗੀ ਉਹ ਵੀ ਤੁਸੀਂ ਵਰਤੋ, ਲੰਗਰ ਲਾਓ, ਖਾਓ ਪੀਓ, ਪਰ ਤੁਸੀਂ ਕਿਰਪਾ ਕਰਕੇ ਅਮਨ ਅਮਾਨ ਨਾਲ ਰਹੋ। ਇਹ ਸਰਕਾਰ ਨੇ ਸਿੰਘਾਂ ਨੂੰ ਗੱਲ ਕਹੀ। ਚੌਪਈ ਇਮਕੈ ਖਾਲਸੋ ਲਿਓ ਪਰਚਾਏ। ਇਦਾਂ ਕਹਿ ਕੇ ਤੁਰਕਾਂ ਨੇ ਸਿੰਘਾਂ ਨੂੰ ਪਰਚਾ ਲਿਆ ਸੀ। ਔ ਦਲਾਸੇ ਕਈ ਕਰਾਏ। ਔਰ ਬੜੇ ਦਲਾਸੇ ਦਿੱਤੇ ਵੀ ਸਿੰਘੋ ਤੁਸੀਂ ਮਾਲਕ ਹੋ ਪੰਜਾਬ ਦੇ, ਰਾਜ ਹੀ ਤੁਹਾਡਾ, ਤੁਸੀਂ ਸਾਨੂੰ ਆਪਣੇ ਭਰਾ ਸਮਝੋ, ਅਸੀਂ ਬਾਬੇ ਨਾਨਕ ਦੇ ਮੁਰੀਦ ਹਾਂ, ਤੁਸੀਂ ਬਾਬੇ ਨਾਨਕ ਦੇ ਸਿੱਖ ਹੋ। ਇਦਾਂ ਦੀਆਂ ਗੱਲਾਂ ਕਰਦੇ ਤੁਰਕ। ਹੋਏ ਚਾਕਰੀ ਕੀ ਜਿਸ ਕੋ ਖਾਸ। ਜੇ ਤੁਹਾਡੇ ਚੋਂ ਕੋਈ ਸਿੰਘ ਨੌਕਰੀ ਕਰਨੀ ਚਾਹੁੰਦਾ ਹੋਵੇ ਤੇ ਸਰਕਾਰੀ ਫੌਜ ਵਿੱਚ ਨੌਕਰੀ ਵੀ ਮਿਲੇਗੀ। ਆਏ ਰਹੇ ਓਏ ਹਮਰੇ ਪਾਸ। ਜਿੰਨੇ ਸਿੰਘ ਤੁਸੀਂ ਭੇਜੋਗੇ ਅਸੀਂ ਆਪਣੇ ਫੌਜ ਵਿੱਚ ਭਰਤੀ ਕਰਾਂਗੇ, ਸਰਕਾਰ ਨੂੰ ਤਨਖਾਹ ਦੇਵੇਗੀ, ਸਿੰਘ ਆਪਣੀ ਫੌਜ ਬਣਾ ਕੇ ਸਰਕਾਰ ਦੇ ਨਾਲ ਰਹਿ ਸਕਦੇ। ਉਹਨਾਂ ਦਾ ਮਤਲਬ ਸੀ ਜਦੋਂ ਸਾਡੀ ਫੌਜ 'ਚ ਭਰਤੀ ਹੋ ਜਾਣਗੇ, ਕਿਸੇ ਨੂੰ ਕਿੱਧਰ ਭੇਜ ਦਿਆਂਗੇ, ਕਦੀ ਕਿਸੇ ਨੂੰ ਕਿੱਧਰ ਭੇਜ ਦਿਆਂ, ਖਿੰਡਾ ਦਿਆਂਗੇ ਇਹਨਾਂ ਨੂੰ। ਉਹ ਜਿਹੜੀ ਉਹਨਾਂ ਦੀ ਪਾਲਿਸੀ ਸੀ ਉਹ ਬਾਬਾ ਕਪੂਰ ਸਿੰਘ ਜੀ ਨੇ ਸਮਝੀ ਸੀ। ਹਾਂਜੀ। ਬਨੋਜ ਸਿੰਘ ਔਰ ਕਾਨ ਸਿੰਘ ਬਾਵੇ। ਇਹ ਬਾਵੇ ਸਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੂਸਰੇ ਪਾਤਸ਼ਾਹ ਦਾ ਪਰਿਵਾਰ ਸੀ ਜਿਹੜਾ, ਉਹਦੇ ਵਿੱਚੋਂ ਸੀ ਬਾਬਾ ਵਿਨੋਦ ਸਿੰਘ ਜੀ, ਬਾਬਾ ਕਾਨ ਸਿੰਘ ਜੀ ਬਾਵੇ। ਹੁੰਦੈ ਦਰਬ ਸੋ ਲੈ ਪਰਚਾਵੇ। ਉਹਨਾਂ ਨੂੰ ਬਾਬਾ ਵਿਨੋਦ ਸਿੰਘ ਜੀ ਨੂੰ ਤੇ ਬਾਬਾ ਕਾਨ ਸਿੰਘ ਜੀ ਨੂੰ ਤੁਰਕਾਂ ਨੇ ਮੱਥੇ ਟੇਕ ਕੇ ਪਰਚਾ ਲਿਆ ਵੀ ਬਾਬਾ ਜੀ ਤੁਸੀਂ ਸਾਡੇ ਗੁਰੂ ਪੀਰ ਹੋ, ਆ ਸਾਰੀਆਂ ਗੁਰੂ ਕੀਆਂ ਨਗਰੀਆਂ ਦੀ ਸੇਵਾ ਸੰਭਾਲ ਕਰੋ, ਅੰਮ੍ਰਿਤਸਰ ਦੀ ਕਰੋ, ਗੋਂਦਵਾਲ ਸਾਹਿਬ ਦੀ ਕਰੋ, ਖੰਡੂਰ ਸਾਹਿਬ ਦੀ ਸੇਵਾ ਕਰਾਓ, ਤਰਨਤਾਰਨ ਦੀ ਕਰਾਓ, ਗੁਰਦੁਆਰੇ ਬਣਾਓ ਤੁਸੀਂ ਤੇ ਅਸੀਂ ਤੁਹਾਡੀ ਸੇਵਾ ਕਰਾਂਗੇ। ਪੰਜ ਪੰਜ ਸੈ ਸਿੰਘ ਗੈਲੇ ਲਾਏ। ਬਾਬਾ ਵਿਨੋਦ ਸਿੰਘ ਜੀ ਤੇ ਬਾਬਾ ਜੀ ਬਾਬਾ ਕਾਹਨ ਸਿੰਘ ਜੀ ਦੇ ਕੋਲ 500 ਸਿੰਘਾਂ ਦਾ ਜਥਾ ਰਹਿ ਗਿਆ। ਹੁਣ ਕੈ ਹਾਥ ਸਿੰਘ ਔਰ ਮਿਲਾਏ। ਹੋਰ ਵੀ ਸਿੰਘ ਮਿਲਾ ਕੇ ਨਾਲ। ਦੋਹਰਾ ਐਸੀ ਐਸੀ ਜੁਗਤ ਸਿਓ ਉਨ ਲੀਨੇ ਸਿੰਘ ਪਰਚਾਏ। ਉਹਨਾਂ 500 ਸਿੰਘਾਂ ਦਾ ਖਰਚਾ ਵੀ ਬੜਾ ਹੁੰਦਾ। ਹੁਣ 500 ਘੋੜਾ ਹੋਵੇ, 500 ਜਵਾਨ ਹੋਵੇ, ਉਹਨੂੰ ਖਰਚਾ ਵੀ ਚਾਹੀਦਾ। ਸਿੰਘਾਂ ਕੋਲ ਕਿਹੜਾ ਖਰਚਾ ਸੀ, ਪਹਿਲਾਂ ਤਾਂ ਲੁੱਟਮਾਰ ਕਰਦੇ ਸੀਗੇ, ਹੁਣ ਉਹ ਬੰਦ ਹੋ ਗਈ ਲੁੱਟਮਾਰ। ਸਰਕਾਰ ਕਹਿੰਦੀ ਅਸੀਂ ਆਪ ਦੇਾਂਗੇ। ਉਹਨਾਂ ਨੇ ਜਗੀਰਾਂ ਲਾਤੀਆਂ ਵੀ ਸਿੰਘ ਆਰਾਮ ਨਾਲ ਰਹਿਣ ਤੇ ਹੌਲੇ ਹੌਲੇ ਸ਼ਸਤਰ ਵਿਦਿਆ ਦਾ ਅਭਿਆਸ ਛੱਡ ਦੇਣ। ਬੰਦੇ ਤੇ ਵੀ ਇਮ ਡਰੈ ਬਾਜੋਂ ਲਵੋਂ ਡਰਾਏ। ਬੰਦੇ ਬਹਾਦਰ ਤੋਂ ਇੰਜ ਡਰਦੇ ਸੀ ਤੁਰਕ ਜਿਵੇਂ ਬਾਜ ਤੋਂ ਬਟੇਰਾ ਡਰਦਾ ਹੈ।
ਉਹਨਾਂ ਨੂੰ ਇਹ ਖਤਰਾ ਸੀ ਵੀ ਕਿਤੇ ਸਿੰਘ ਜਿਹੜੇ ਨੇ ਤੱਤ ਖਾਲਸੇ ਵਾਲੇ ਮੁੜ ਕੇ ਬੰਦੇ ਨਾਲ ਨਾ ਰਲ ਜਾਣ, ਇਹ ਕਿਤੇ ਬੰਦੇ ਦੀ ਮਦਦ ਤੇ ਨਾ ਚਲੇ ਜਾਣ, ਬੰਦਾ ਕਿਤੇ ਇਹਨਾਂ ਨੂੰ ਨਾਲ ਨਾ ਲਾ ਲਵੇ ਜਾਂ ਬੰਦਾ ਕਿਤੇ ਇਹਨਾਂ ਨਾਲ ਸੁਲ੍ਹਾ ਨਾ ਕਰ ਲਵੇ। ਜੇ ਕਦੇ ਇਕੱਠੇ ਹੋ ਗਏ ਫਿਰ ਸਾਡਾ ਜੀਣਾ ਹਰਾਮ ਕਰ ਦੇਣਗੇ। ਇਸ ਕਰਕੇ ਤੁਰਕਾਂ ਨੇ ਇਹ ਚਾਲ ਚੱਲੀ ਸੀ ਉਸ ਵੇਲੇ। ਦੋਹਰਾ ਸਮੋ ਲਖਾਵਨ ਉਨ ਚਾਹੇ ਪੰਤ ਵੀ ਸਮੋ ਤਕਾਏ। ਕਿਉਂਕਿ ਬੰਦਾ ਜਿਹੜਾ ਸੀ ਉਹ ਹੁਣ ਸਿੰਘਾਂ ਨਾਲ ਰਲ ਕੇ ਰਾਜੀ ਨਹੀਂ ਸੀ, ਸਿੰਘ ਬੰਦੇ ਨਾਲ ਰਲ ਕੇ ਰਾਜੀ ਨਹੀਂ ਸਨ। ਐਸੀ ਹਾਲਾਤ ਬਣੀ ਸੀ। ਤੁਰਕ ਵੀ ਟਾਈਮ ਟਪਾਉਣਾ ਚਾਹੁੰਦੇ ਸੀਗੇ, ਤੁਰਕਾਂ ਦਾ ਦਿਲ ਬੇਈਮਾਨ ਸੀ, ਬਾਅਦ ਚ ਸਿੰਘਾਂ ਨੂੰ ਦੇਖਾਂਗੇ। ਤੇ ਸਿੰਘ ਵੀ ਜਿਹੜੇ ਸੀ ਟਾਈਮ ਟਪਾ ਰਹੇ ਸੀ ਵੀ ਹੁਣ ਇੱਕ ਵਾਰੀ ਆਪਾਂ ਟਾਈਮ ਟਪਾ ਲਈਏ, ਬਾਅਦ ਚ ਤੁਰਕਾਂ ਨੂੰ ਦੇਖਾਂਗੇ। ਇਹ ਦੋਵਾਂ ਪਾਸਿਆਂ ਤੋਂ ਦਿਲ ਦੇ ਵਿੱਚ ਭਰਮ ਸੀਗਾ। ਸੋ ਉਹੀ ਗੱਲ ਹੋਈ, ਭਾਈ ਤਾਰਾ ਸਿੰਘ ਜੀ ਦੀ ਸ਼ਹੀਦੀ ਨਾਲ ਉਹ ਭਰਮ ਨਿਕਲ ਗਿਆ। ਉਹ ਫਿਰ ਕੰਮ ਗਰਮ ਹੋ ਗਿਆ ਸਿੰਘਾਂ ਦਾ ਤੇ ਤੁਰਕਾਂ ਦਾ। ਰਖੇ ਪਦ ਚਾਹੀ ਚਾਹੇ ਦੋ ਦਿਲ ਦੋ ਦੰਗੋ ਰਖਾਏ। ਉਹ ਚਾਹੁੰਦੇ ਸੀ ਸਾਡਾ ਰਾਜ ਬਣਿਆ ਰਹੇ ਤੇ ਸਿੰਘ ਅੰਦਰੋਂ ਚਾਹੁੰਦੇ ਸੀ ਸਾਡਾ ਰਾਜ ਆਵੇ। ਸੋ ਤੱਤ ਖਾਲਸੇ ਦੀ ਤੇ ਤੁਰਕਾਂ ਦੀ ਜਿਹੜੀ ਸੁਲ੍ਹਾ ਸੀ ਨਾ, ਉਹ ਇੱਕ ਐਵੇਂ ਮੁਖੌਟਾ ਜਾਈ ਸੀਗਾ। ਅੰਦਰੋਂ ਦਿਲ ਸਾਫ਼ ਕੋਈ ਨਹੀਂ ਸੀ ਦੋਵਾਂ ਦੇ। ਸਿੰਘਾਂ ਦੇ ਮਨ 'ਚ ਉਹੀ ਸੀ ਵੀ ਅਸੀਂ ਤਾਂ ਰਾਜ ਲੈਣਾ ਹੀ ਲੈਣਾ। ਉਹ ਚਾਹੁੰਦੇ ਸੀ ਸਿੰਘਾਂ ਨੂੰ ਖਤਮ ਕਰਨਾ ਹੀ ਕਰਨਾ। ਦਿਲ ਵਿੱਚ ਦੋਵਾਂ ਦੇ ਦੰਗੇ ਵਾਲੀ ਭਾਵਨਾ ਸੀ। ਚੌਪਈ ਸਿੰਘਨ ਕੋ ਬੋ ਪੈਸੇ ਦੇ। ਸਿੰਘਾਂ ਨੂੰ ਬਹੁਤ ਪੈਸੇ ਦਿੰਦੇ, ਅੰਮ੍ਰਿਤਸਰ ਦੇ ਸਰੋਵਰ ਦੀ ਸੇਵਾ ਕਰਾਉਣ ਵਾਸਤੇ, ਤਰਨ ਤਾਰਨ ਦੀ ਸੇਵਾ ਵਾਸਤੇ ਸਾਡੇ ਤੋਂ ਜਿੰਨੀ ਮਰਜ਼ੀ ਮਾਇਆ ਲਓ, ਲਿਆ ਕੇ ਭੇਟਾ ਚੜਾਉਂਦੇ ਨੇ ਤੁਰਕ। ਬੈਠ ਗੁਰੂ ਚੱਕ ਨਿਤ ਪ੍ਰਤ ਲੈ ਹੈ। ਸਿੰਘ ਵੀ ਬੈਠੇ ਆਰਾਮ ਨਾਲ ਗੁਰੂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਜਾਂਦੇ ਐ। ਪੰਥ ਦਰਬਾਰੋਂ ਸਿੰਘੂ ਤੋਂ ਦੀਵਾਨ। ਉਸ ਵੇਲੇ ਬਾਬਾ ਦਰਬਾਰਾ ਸਿੰਘ ਜੀ ਦੀਵਾਨ ਹੁੰਦੇ। ਬਾਬਾ ਦਰਬਾਰਾ ਸਿੰਘ, ਘਰਬਾਰਾ ਸਿੰਘ, ਚਾਰ ਭਾਈ ਹੋਏ ਐ। ਇਹਨਾਂ ਨੇ 10ਵੇਂ ਪਾਤਸ਼ਾਹ ਕੋਲੋਂ ਅੰਮ੍ਰਿਤ ਛਕਿਆ। ਬਾਣੀਆਂ ਬਰਾਦਰੀ ਦੇ ਸਨ, ਬਾਣੀਏ ਸਨ ਤੇ ਬਾਣੀਏ ਬਰਾਦਰੀ ਹੋਣ ਕਰਕੇ ਦੋਵੇਂ ਚਾਰੇ ਭਾਈ ਪੜ੍ਹੇ ਲਿਖੇ ਸਨ ਬਹੁਤ। ਤੇ ਯਾਨੀ ਜਿਹੜਾ ਹਿਸਾਬ ਕਿਤਾਬ ਦਾ ਹੈ ਨਾ, ਲੇਖਾ ਜੋਖਾ, ਇਹ ਚੰਗਾ ਜਾਣਦੇ ਸਨ। ਇਸ ਕਰਕੇ ਦਰਬਾਰਾ ਸਿੰਘ ਜੀ 10ਵੇਂ ਪਾਤਸ਼ਾਹ ਕਲਗੀਧਰ ਕੋਲ ਆਨੰਦਪੁਰ ਸਾਹਿਬ ਦੀਵਾਨ ਸਨ। ਦੀਵਾਨ ਦਾ ਮਤਲਬ ਹੁੰਦਾ ਸਾਰੀ ਆਮਦਨ ਖਰਚ ਨੂੰ ਲਿਖਣਾ, ਸਾਂਭਣਾ। ਗੁਰੂ ਘਰ ਦਾ ਲੱਖਾਂ ਕਰੋੜਾਂ ਰੁਪਏ ਦਾ ਜਿਹੜਾ ਸੀਗਾ ਬਜਟ, ਉਹਦਾ ਬਾਬਾ ਦਰਬਾਰਾ ਸਿੰਘ ਜੀ ਲਿਖਾਰੀ ਸਨ ਆਨੰਦਪੁਰ ਸਾਹਿਬ। ਬਾਣੀਏ ਬਰਾਦਰੀ ਚੋਂ ਸਨ, ਪੜ੍ਹੇ ਲਿਖੇ ਬਹੁਤ। ਪਟਿਆਲੇ ਦੇ ਇਲਾਕੇ ਕਹਿੰਦੇ ਇਹਨਾਂ ਦਾ ਜਨਮ ਹੋਇਆ ਸੀਗਾ। ਬਾਬਾ ਦਰਬਾਰਾ ਸਿੰਘ ਜੀ ਬਾਬਾ ਵਿਨੋਦ ਸਿੰਘ ਜੀ ਤੋਂ ਬਾਅਦ ਜਥੇਦਾਰ ਬਣਾਏ ਗਏ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ। ਹਾਂਜੀ, ਵਹੀ ਹੋ ਤੋਂ ਪੋਤੇਵਾਨ। ਔਰ ਉਹੀ ਖਜ਼ਾਨਚੀ ਸੀ। ਪੋਤੇਵਾਨ ਦਾ ਮਤਲਬ ਹੁੰਦਾ ਜਿਹਦੇ ਕੋਲ ਪੋਤਾ ਖਜ਼ਾਨਾ ਹੋਵੇ। ਸਾਰਾ ਖਜ਼ਾਨਾ ਗੁਰੂ ਗੋਬਿੰਦ ਸਿੰਘ ਦੇ ਟਾਈਮ ਵੀ ਉਹਦੇ ਕੋਲ ਹੁੰਦਾ ਸੀ ਆਨੰਦਪੁਰ। ਤੇ ਫਿਰ ਦਰਬਾਰਾ ਸਿੰਘ ਜਦੋਂ ਖਾਲਸੇ ਪੰਥ ਦਾ ਦੀਵਾਨ ਜਥੇਦਾਰ ਬਣਿਆ ਤਾਂ ਵੀ ਖਜ਼ਾਨਾ ਸਾਰਾ ਉਹਦੇ ਕੋਲ ਹੀ ਰਹਿੰਦਾ ਸੀਗਾ। ਪੰਥ ਰਗਤੋਂ ਉਸੇ ਵਡਿਆਈ। ਔਰ ਪੰਥ ਖਾਲਸਾ ਉਹਦੀ ਵਡਿਆਈ ਇਸ ਕਰਕੇ ਵੀ ਰੱਖਦਾ ਸੀ ਵੀ ਇੱਕ ਤਾਂ 10ਵੇਂ ਪਾਤਸ਼ਾਹ ਨਾਲ ਰਿਹਾ ਬਾਬਾ ਦਰਬਾਰਾ ਸਿੰਘ, ਇੱਕ ਇਹ ਪੜ੍ਹਿਆ ਲਿਖਿਆ ਬਹੁਤ ਹੈ ਔਰ ਨੇਕ ਇਨਸਾਨ ਹੈ, ਸੱਚਾ ਸੁੱਚਾ ਹੈ, ਪੰਥ ਦਾ ਸੇਵਕ ਹੈ। ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਔਰ ਬੁੱਢੇ ਦਲ ਦੀ ਜਥੇਦਾਰੀ ਬਾਬਾ ਦਰਬਾਰਾ ਸਿੰਘ ਜੀ ਨੂੰ ਦਿੱਤੀ ਗਈ। ਵਹੀ ਤੇ ਤਥੋਂ ਸਭਨ ਪਰਚਾਈ। ਉਹੀ ਸਾਰੇ ਪੰਥ ਨੂੰ ਸੰਭਾਲ ਕੇ ਰੱਖਦਾ। ਸਾਰੇ ਪੰਥ ਦੇ ਜਿੰਨੀਆਂ ਜਥੇਬੰਦੀਆਂ ਸਿੰਘਾਂ ਦੀਆਂ ਸੀਗੀਆਂ ਉਹਦਾ ਕਹਿਣਾ ਮੰਨਦੀਆਂ ਸਨ। ਉਸੈ ਸ਼ਰੀਕੋ ਕਰੇ ਕੋ ਨਾਹੇ। ਬਾਬੇ ਦਰਬਾਰਾ ਸਿੰਘ ਦਾ ਇੰਨਾ ਸਤਿਕਾਰ ਸੀਗਾ ਵੀ ਪੰਥ ਉਹਦੇ ਬਰਾਬਰ ਕੋਈ ਨਹੀਂ ਸੀ ਬਹਿੰਦਾ, ਉਹਦਾ ਕੋਈ ਸ਼ਰੀਕਾ ਨਹੀਂ ਸੀ ਕਰਦਾ, ਉਹਦੀ ਗੱਲ ਨਹੀਂ ਸੀ ਕੋਈ ਮੋੜਦਾ। ਇੱਕ ਦਰਬਾਰਾ ਸਿੰਘ ਮੁਖੀ ਸੀਗਾ ਅਕਾਲ ਤਖਤ ਦਾ। ਉਧਰ ਦੂਜੇ ਪਾਸੇ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਭਾਈ ਮਨੀ ਸਿੰਘ ਸਾਹਿਬ ਸ਼ਹੀਦ ਸਨ। ਇਹ ਸਾਰੇ ਹੀ ਸਿਆਣੇ ਪੰਥ ਦਰਦੀ ਦਸ਼ਮੇਸ਼ ਪਿਤਾ ਦੇ ਸਮੇਂ ਦੇ ਸਿੰਘ ਸਨ, ਬਜ਼ੁਰਗ। ਹਾਂਜੀ, ਵਹੀ ਦੇਤ ਤੋਂ ਸਭਨ ਪਰਚਾਹੇ। ਇਹ ਸਾਰੇ ਬਜ਼ੁਰਗ ਬੜੇ ਸਿਆਣੇ ਸੁਲਝੇ ਹੋਏ ਸਨ। ਉਧਰੋਂ ਬਾਬਾ ਦੀਪ ਸਿੰਘ ਜੀ ਦਮਦਮੇ ਰਹਿੰਦੇ ਸਨ। ਸਾਬੋ ਕੀ ਤਲਵੰਡੀ ਜਦੋਂ ਲੋੜ ਪੈਂਦੀ ਸੀ ਅੰਮ੍ਰਿਤਸਰ ਆ ਜਾਂਦੇ ਸਨ। ਪੰਥ ਦੀਆਂ ਸਾਰੀਆਂ ਮਹਾਨ ਹਸਤੀਆਂ ਉਦੋਂ ਇਕੱਠੀਆਂ ਸਨ। ਹਾਂਜੀ, ਸਭ ਕੋ ਇੱਕ ਥਾਂ ਲੰਗਰ ਕਰਵਾਵੇ। ਬਾਬਾ ਦਰਬਾਰਾ ਸਿੰਘ ਜੀ ਸਾਰੇ ਪੰਥ ਨੂੰ ਸਮਝਾ ਬੁਝਾ ਕੇ ਰੱਖਦੇ ਸਨ। ਨੌਜਵਾਨ ਗੱਭਰੂ ਕਈ ਵਾਰੀ ਆਪਸ ਲੜ ਪੈਂਦੇ ਨੇ, ਉਹਨਾਂ ਨੂੰ ਪਿਆਰ ਨਾਲ ਕਹਿਣਾ ਭਾਈ ਪੰਥ ਰਲ ਕੇ ਰਹੋ। ਤੇ ਇੱਕ ਥਾਂ ਤੇ ਲੰਗਰ ਪੱਕਦਾ ਸੀ। ਸਭਨ ਪੁਛਾ ਕੀ ਵਹੀਂ ਪਹੁੰਚਾਵੇ। ਸਾਲ ਵਿੱਚ 2 ਚੋਲੇ 2 ਕਛਹਿਰੇ
ਤੇ ਇੱਕ ਦੋ ਦਮਾਲੇ ਹਰ ਇੱਕ ਸਿਪਾਹੀ ਨੂੰ ਮਿਲਦੇ ਸਨ। ਇਹ ਮਰਜ਼ਾਦਾ ਸੀ ਪੁਰਾਤਨ, ਅਜੇ ਤੱਕ ਵੀ ਬੁੱਢੇ ਦਲ 'ਚ ਮਰਜ਼ਾਦਾ ਹੈ। ਫਤਿਹਗੜ੍ਹ ਸਾਹਿਬ ਦੇ ਮੇਲੇ ਤੇ ਔਰ ਵਿਸਾਖੀ ਦੇ ਮੇਲੇ ਤੇ ਇਹ ਦੋ ਚੋਲੇ ਦਿੱਤੇ ਜਾਂਦੇ, 2 ਕਛਹਿਰੇ ਦਿੱਤੇ ਜਾਂਦੇ। ਉੱਦਾਂ ਭਾਵੇਂ ਕਿਸੇ ਕੋਲ ਜਿੰਨੇ ਮਰਜ਼ੀ ਹੋਣ, ਪਰ ਦਲ ਵੱਲੋਂ ਮਿਲਦੇ ਵੀ ਸਿੰਘ ਜਿਹੜੇ ਕਛਹਿਰੇ 2 ਚੋਲੇ ਤੇ 2 ਦਮਾਲੇ। ਸੋ ਬਾਬਾ ਦਰਬਾਰਾ ਸਿੰਘ ਜੀ ਇਦਾਂ 2 ਦਮਾਲੇ 2 ਚੋਲੇ ਸਿੰਘਾਂ ਨੂੰ ਦਿਆ ਕਰਦੇ ਸਨ। ਨਿਤ ਪ੍ਰਤ ਪੰਥ ਯੋ ਵਧਤੈ ਜਾਹੇ। ਸਰਕਾਰ ਦੀ ਨੀਤੀ ਸੀ ਇਹ ਗੁਰੂ ਘਰ ਦੇ ਵਿੱਚ ਆਰਾਮ ਨਾਲ ਬਹਿਣਗੇ ਤੇ ਖਾਂਦੇ ਪੀਂਦੇ ਆਲਸੀ ਹੋ ਜਾਣਗੇ, ਪਰ ਕੰਮ ਉਲਟਾ ਹੋ ਗਿਆ। ਪੰਥ ਦਿਨੋਂ ਦਿਨ ਵਧਣ ਲੱਗ ਪਿਆ। ਜਿਹੜੇ ਮਾਤੜ ਘਰਾਂ 'ਚ ਬੈਠੇ ਸੀ ਕੜਾਕੇ ਫਾਕੇ ਵਾਲੇ, ਉਹ ਕਹਿੰਦੇ ਚਲੋ ਲੰਗਰ ਤੇ ਗੁਰੂ ਕਾ ਛਕਾਂਗੇ, ਅੰਮ੍ਰਿਤਸਰੀ ਚੱਲਦੇ ਆ। ਉਹ ਵੀ ਉੱਥੇ ਉਹ ਤੇ ਘਟਾਣਾ ਚਾਹੁੰਦੀ ਸੀ ਸਰਕਾਰ। ਪੰਥ ਖਾਲਸਾ ਵਧਣ ਲੱਗ ਪਿਆ। ਦੰਗੇ ਫੰਗਿਓ ਪੀਟਲੇ ਸੋ ਨਾਹੇ। ਦੰਗੇ ਫੰਗਿਓ ਵੀ ਨਹੀਂ ਸੀ ਟਲਦੇ। ਉੱਥੇ ਤੇ ਕਹਿ ਦਿੰਦੇ ਸੀ ਅਸੀਂ ਤਾਂ ਆਰਾਮ ਨਾਲ ਬੈਠੇ ਆ, ਤੇ ਫੇਰ ਵੀ ਜਾ ਕੇ ਸ਼ੇਰ ਪੰਜਾ ਮਾਰ ਹੀ ਆਉਂਦੇ ਸੀ ਕਿਤੇ ਨਾ ਕਿਤੇ। ਉਹ ਇਸ ਕਰਕੇ ਸਰਕਾਰ ਜਿਹੜੀ ਸੀ ਨਾ, ਉਹ ਨਿਗਾਹ ਵੀ ਰੱਖਦੀ ਸੀ ਇਹਨਾਂ ਦੇ ਉੱਤੇ। ਸੁਭਾਅ ਇਹਨਾਂ ਦਾ ਕਦੋਂ ਬਦਲ ਸਕਦਾ। ਹੁਣ ਸ਼ੇਰ ਨੂੰ ਕਹੀਏ ਵੀ ਸ਼ਿਕਾਰ ਛੱਡ ਦੇ, ਕਿਵੇਂ ਛੱਡੇਗਾ? ਉਹਦਾ ਜਾਤੀ ਸੁਭਾਅ ਹੈ। ਸੋ ਇਹ ਖਾਲਸਾ ਇਹੋ ਜਿਹਾ ਸੀਗਾ, ਦੰਗੇ ਖੰਡੇ ਦੀ ਧਾਰ ਚੋਂ ਪੈਦਾ ਹੋਇਆ। ਜਿਵੇਂ ਬਾਬਾ ਤਾਰਾ ਸਿੰਘ ਜੀ ਨੇ ਕਰਤਾ ਦੰਗਾ, ਉਧਰ ਚਮਿੰਡੇ ਦੇ ਇਲਾਕੇ 'ਚ ਹੋ ਗਿਆ। ਇਦਾਂ ਹੋਰ ਵੀ ਕਈ ਇਲਾਕਿਆਂ 'ਚ ਸਿੰਘ ਫਿਰਦੇ ਸੀਗੇ। ਉਹ ਜਿੱਥੇ ਜਿੱਥੇ ਰਹਿੰਦੇ ਸੀ ਮਾੜਾ ਮੋੜਾ ਖਿੰਦੇ ਖੁੰਦੇ ਡਾਂਗ ਸੋਟਾ ਹੁੰਦਾ ਹੀ ਰਹਿੰਦਾ ਸੀ। ਉਹਨੂੰ ਡਾਂਗ ਸੋਟੇ ਨੂੰ ਕਹਿੰਦੇ ਸੀ ਇਹ ਦਾਤਨ ਕੁਰਲਾਈ ਹੈ, ਛੋਟੀ ਮੋਟੀ ਗੱਲ ਹੈ, ਕਹਿੰਦੇ ਵੱਡੀ ਕਦੀ ਵੇਖਾਂਗੇ। ਸੋ ਦਾਤਨ ਕੁਰਲਾ ਦੇ ਸਿੰਘਾਂ ਦਾ ਹੁੰਦਾ ਰਹਿੰਦਾ ਸੀਗਾ। ਸੋ ਇਹ ਹੁਣ ਜੰਗ ਦੀਆਂ ਤਿਆਰੀਆਂ ਬਣ ਗਈਆਂ। ਜਦੋਂ ਜ਼ਕਰੀਏ ਖਾਨ ਨੇ ਵੇਖਿਆ ਇਹ ਤਾਂ ਮੁੜਦੇ ਨਹੀਂ, ਕਿਸੇ ਤਰ੍ਹਾਂ ਇਹਨਾਂ ਨੂੰ ਹੁਣ ਵੱਡਾ ਲਾਲਚ ਦਈਏ, ਉਹਨਾਂ ਨੇ 1.25 ਲੱਖ ਦੀ ਜਗੀਰ ਤੇ 1.25 ਲੱਖ ਜਗੀਰ ਦੇ ਨਾਲ ਇੱਕ ਨਵਾਬ ਤੁਹਾਡਾ ਹੋਊ ਪੰਜਾਬ 'ਚ, ਤੇ ਤੁਸੀਂ ਅੱਧੇ ਰਾਜੇ ਸਮਝੋ ਤੇ ਤੁਸੀਂ ਲੈ ਲਓ ਸਾਡੇ ਕੋਲੋਂ। ਉਹ ਵੀ ਉਹਨਾਂ ਦੀ ਨੀਤੀ ਸੀ ਵੀ ਬਾਅਦ 'ਚ ਇਹਨਾਂ ਨੂੰ ਅਸੀਂ ਕਾਬੂ ਕਰਾਂਗੇ। ਸੋ ਉਹ ਨੀਤੀ ਕਿਵੇਂ ਵਰਤਾਈ ਉਹ ਆਪਾਂ ਸਰਵਣ ਕਰਾਂਗੇ ਅਗਲੇ ਪ੍ਰਕਰਨਾਂ 'ਚ। ਹੇ ਗੋਬਿੰਦ, ਹੇ ਗੋਬਿੰਦ।